ਪੰਕਜ ਬੰਦਨ ਸਿਮਰੋ ਅੰਗਦ ਦੁਖ ਨਿਕੰਦਨ ਅਮਰਦਾਸ ਗੁਰ ਹਿਰਦੈ ਧਿਆਵੋ ਹਿਰਦੈ ਧਿਆਵੋ ਸ਼੍ਰੀ ਗੁਰੂ ਰਾਮਦਾਸ ਗੁਣ ਗਾਵੋ ਸ੍ਰੀ ਅਰਜਨ ਬਿਘਨਨ ਕੇ ਨਾਸਕ ਬਿਘਨਨ ਕੇ ਨਾਸਕ ਸ਼੍ਰੀ ਹਰਗੋਬਿੰਦ ਸ਼ੁਭ ਸੁਮਤ ਪ੍ਰਕਾਸ਼ਕ ਸ੍ਰੀ ਹਰਿ ਰਾਏ ਨਮੋ ਕਰ ਜੋਰੀ ਨਮੋ ਕਰ ਜੋਰੀ ਗੁਰੂ ਹਰਿ ਕ੍ਰਿਸ਼ਨ ਮਨਾਏ ਬਹੋਰੀ ਗੁਰੂ ਤੇਗ ਬਹਾਦੁਰ ਪਰਮ ਕਿਰਪਾਲਾ ਪਰਮ ਕਿਰਪਾਲਾ ਸ੍ਰੀ ਗੁਰੂ ਗੋਬਿੰਦ ਸਿੰਘ ਬਿਸਾਲਾ ਧਰੋਂ ਧਰਾ ਪਰ ਪੁੰਨ ਪੁੰਨ ਸੀਸਾ ਪੁੰਨ ਪੁੰਨ ਸੀਸਾ ਬੰਦੋਂ ਬਾਰ ਬਾਰ ਜਗਦੀਸ਼ਾ ਜਿਸ ਮਹ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਬੈਰਾਗ ਸ਼੍ਰੀ ਗੁਰੂ ਗ੍ਰੰਥ ਸਾਹਿਬ ਉਦਤ ਬੰਦੋ ਕਰ ਅਨੁਰਾਗ ਏਕ ਓੰਕਾਰ ਸਤਿਗੁਰੂ ਤਹਿ ਪ੍ਰਸਾਦ ਸਚ ਹੋਏ ਵਾਹਿਗੁਰੂ ਜੀ ਕੀ ਫਤਿਹ ਬਿਘਨ ਵਿਨਾਸ਼ਨ ਸੋਏ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਜਿਸ ਪਰ ਦ੍ਰਿਸ਼ਟ ਕਿਰਪਾ ਕੀ ਕਰੈ ਨਿਜ ਕੁਟੰਬ ਜੁਤ ਭਉ ਜਲ ਤਰੈ ਸੱਚੇ ਪਾਤਸ਼ਾਹ ਗਰੀਬ ਨਵਾਜ ਦੀਨ ਦੁਨੀਆ ਦੇ ਮਾਲਕ ਚਬਰ ਛਤਰ ਤਖਤ ਦੇ ਮਾਲਕ ਸਮਰੱਥ ਗੁਰੂ ਪ੍ਰਤੱਖ ਗੁਰੂ ਦੀਨ ਦਿਆਲ ਕਿਰਪਾਲ ਅੰਤਰਜਾਮੀ ਪੂਰਨ ਪਾਰ ਬ੍ਰਹਮ ਪਰਮੇਸ਼ਰ ਵਾਹਿਗੁਰੂ ਅਕਾਲ ਪੁਰਖ ਸਵਰੂਪ ਸੱਚੇ ਪਾਤਸ਼ਾਹ ਦਾਸਾਂ ਗਰੀਬਾਂ ਸਿੱਖਾਂ ਸੇਵਕਾਂ ਦੇ ਉੱਤੇ ਸਦਾ ਕਿਰਪਾ ਕਰਨ ਵਾਲੇ ਧੰਨ ਧੰਨ ਅੰਤਰਜਾਮੀ ਸੱਚੇ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਬੜੇ ਹੀ ਪਿਆਰ ਦੇ ਨਾਲ ਸਾਰੀਆਂ ਸਿੱਖ ਸੰਗਤਾਂ ਦੋਵੇਂ ਹੱਥ ਜੋੜ ਕੇ ਅਦਬ ਸਤਿਕਾਰ ਸਹਿਤ ਗੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸੱਚੇ ਪਾਤਸ਼ਾਹ ਗਰੀਬ ਨਵਾਜ ਗੁਰੂ ਤੀਸਰੇ ਪਾਤਸ਼ਾਹ
ਧੰਨ ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਦੀ ਲੜੀਵਾਰ ਕਥਾ ਆਪ ਜੀ ਸਿੱਖ ਸੰਗਤਾਂ ਬੜੇ ਹੀ ਪਿਆਰ ਦੇ ਨਾਲ ਸਰਵਣ ਕਰ ਰਹੇ ਹੋ। ਸਾਰੀਆਂ ਸੰਗਤਾਂ ਦੋਵੇਂ ਹੱਥ ਜੋੜ ਕੇ ਪ੍ਰੇਮ ਨਾਲ ਕਹੋ, ਧੰਨ ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ। ਸੱਚੇ ਪਾਤਸ਼ਾਹ ਮਹਾਰਾਜ ਗੋਇੰਦਵਾਲ ਸਾਹਿਬ ਜੀ ਦੀ ਧਰਤੀ ਤੇ ਜੀਵਾਂ ਨੂੰ ਤਾਰ ਰਹੇ ਹਨ। ਦੁਰਗਾ ਜੀ ਦਾ ਉਪਾਸ਼ਕ ਜਿਹਦਾ ਨਾਮ ਖੇਡਾ ਸਵਰੀ ਹੈ, ਉਹ ਮਹਾਰਾਜ ਜੀ ਦੀ ਸਿਫਤ ਸੁਣਦਾ ਹੈ। ਸਿਫਤ ਸੁਣ ਕੇ ਉਹਦਾ ਮਨ ਦਰਸ਼ਨਾਂ ਲਈ ਬਣਿਆ। ਜਦੋਂ ਉਹ ਸੰਗ ਦੇ ਨਾਲ ਇੱਥੇ ਆਇਆ, ਉਹਦੇ ਮਨ ਵਿੱਚ ਗੁਰੂ ਜੀ ਦੀ ਮਰਜ਼ਾਦਾ ਨੂੰ ਲੈ ਕੇ ਸ਼ੰਕਾ ਪੈਦਾ ਹੋਇਆ ਜੀ। ਸੰਗਤ ਜੀ, ਕਰਮਾਂ ਦੀ ਢਿੱਲ ਹੁੰਦੀ ਹੈ ਜਦੋਂ ਕੋਈ ਬੰਦਾ ਗੁਰੂ ਦੀ ਮਰਿਆਦਾ ਉੱਤੇ ਕਿੰਤੂ ਕਰਦਾ ਹੈ। ਉਹਦੇ ਕਰਮਾਂ ਦੀ ਢਿੱਲ ਹੁੰਦੀ ਹੈ ਜੀ। ਐਵੇਂ ਬਿਨਾਂ ਕਿਸੇ ਗੱਲ ਤੋਂ ਮਰਿਆਦਾ ਉੱਤੇ ਕਿੰਤੂ ਕਰਨਾ, ਇਹ ਬੰਦੇ ਦੇ ਕਰਮਾਂ ਦੀ ਢਿੱਲ ਹੁੰਦੀ ਹੈ ਜੀ। ਭੁੱਲ ਕੇ ਵੀ ਗੁਰੂ ਜੀ ਦੀ ਮਰਿਆਦਾ ਉੱਤੇ ਕਿੰਤੂ ਨਹੀਂ ਕਰਨਾ ਜੀ। ਵਾਪਸ ਚਲੇ ਗਿਆ। ਅੱਗੇ ਜਾ ਕੇ 2 ਕੋਹ ਦੀ ਦੂਰੀ ਤੇ ਪੜਾਅ ਕੀਤਾ। ਸੰਗ ਦੇ ਨਾਲ ਸੀ। ਜਦੋਂ ਸੁੱਤਾ, ਦੇਵੀ ਜੀ ਨੇ ਸੁਪਨੇ 'ਚ ਆ ਕੇ ਭਿਆਨਕ ਦਰਸ਼ਨ ਦਿੱਤੇ। ਇਹ ਵੀ ਆਖਿਆ, ਤੂੰ ਮੇਰੀ ਭਗਤੀ ਕੀਤੀ ਹੈ, ਉਸ ਭਗਤੀ ਦਾ ਫਲ ਜਿਹੜਾ ਸੀਗਾ ਉਹ ਤੈਨੂੰ ਅਸੀਂ ਦੇਣਾ ਸੀਗਾ ਤੇ ਤੈਨੂੰ ਗੁਰੂ ਜੀ ਦੇ ਕੋਲ ਭੇਜਿਆ ਸੀਗਾ। ਚੱਲ ਵਾਪਸ ਜਾ। ਖੇਡਾ ਸਹੁਰੀ ਸੱਚੇ ਪਾਤਸ਼ਾਹ ਜੀ ਦੇ ਕੋਲ ਆਇਆ। ਆ ਕੇ ਗੁਰੂ ਜੀ ਦੇ ਦਰਸ਼ਨ ਕੀਤੇ, ਮੁੜ ਦੇਵੀ ਦੇ ਦਰਸ਼ਨ ਕੀਤੇ, ਮੁੜ ਗੁਰੂ ਜੀ ਦੇ ਦਰਸ਼ਨ ਕੀਤੇ ਤੇ ਗੁਰੂ ਜੀ ਨੇ ਮਿਹਰਾਂ ਕੀਤੀਆਂ, ਬਖਸ਼ਿਸ਼ਾਂ ਕੀਤੀਆਂ, ਦਇਆ ਕੀਤੀ ਜੀ। ਉਸ ਖੇਡੇ ਸਹੁਰੀ ਨੇ ਬੜੀ ਸਿੱਖੀ ਦਾ ਪ੍ਰਚਾਰ ਕੀਤਾ ਜੀ। ਸਿੱਖੀ ਦਾ ਬੜਾ ਪ੍ਰਚਾਰ ਕੀਤਾ। ਤਨੋ ਮਨੋ ਹੋ ਕੇ ਉਹਨੇ ਪ੍ਰਚਾਰ ਕੀਤਾ, ਗੁਰੂ ਜੀ ਦੀਆਂ ਖੁਸ਼ੀਆਂ ਲਈਆਂ। ਸਭ ਤੋਂ ਵੱਡੀ ਗੱਲ, ਗੁਰੂ ਜੀ ਨੇ ਉਹਦੇ ਤੇ ਮਿਹਰ ਕਰਕੇ ਉਹਨੂੰ ਬ੍ਰਹਮ ਗਿਆਨੀ ਬਣਾਇਆ ਜੀ। ਗੱਜ ਕੇ ਆਖੋ ਵਾਹਿਗੁਰੂ। ਕਿਉਂਕਿ ਉਹਦੀ ਪੂਰਬਲੀ ਭਗਤੀ ਸੀਗੀ ਜੀ, ਤੇ ਦੇਵੀ ਦਾ ਪ੍ਰੇਰਿਆ ਹੋਇਆ ਇਸ ਪਾਸੇ ਆਇਆ ਸੀਗਾ। ਮਹਾਰਾਜ ਨੇ ਇੰਨੀ ਮਿਹਰ ਕੀਤੀ, ਉਪਜਿਓ ਬ੍ਰਹਮ ਗਿਆਨ ਤਿਸ ਬੇਰਾ। ਉਹਦੇ ਅੰਦਰ ਬ੍ਰਹਮ ਗਿਆਨ ਪੈਦਾ ਹੋਇਆ, ਉਹਨੂੰ ਬ੍ਰਹਮ ਗਿਆਨੀ ਬਣਾ ਦਿੱਤਾ ਜੀ। ਗੁਰਮੁਖੋ, ਗੁਰੂ ਘਰ ਦੇ ਵਿੱਚ ਸਭ ਤੋਂ ਵੱਡੀ ਜਿਹੜੀ ਦਾਤ ਹੈ ਉਹ ਨਾਮ ਦੀ ਦਾਤ ਹੈ, ਉਹ ਬ੍ਰਹਮ ਗਿਆਨ ਦੀ ਦਾਤ ਹੈ। ਦੁਨੀਆ ਦੀਆਂ ਦਾਤਾਂ ਜਿਹੜੀਆਂ ਨੇ ਨਾ, ਇਹ ਕੋਈ ਵੱਡੀ ਗੱਲ ਨਹੀਂ ਹੈਗੀ ਜੀ। ਮਹਾਰਾਜ ਸਭ ਤੋਂ ਵੱਡੀ ਕਿਰਪਾ ਇਹ ਕਰਦੇ ਆ ਜਿਸ ਉੱਤੇ ਖੁਸ਼ ਹੋ ਜਾਣ ਜੀ, ਜਿਸ ਉੱਤੇ ਕਿਰਪਾ ਵਿੱਚ ਆ ਜਾਣ ਜੀ। ਸੋ ਗਰੀਬ ਨਵਾਜ ਸੱਚੇ ਪਾਤਸ਼ਾਹ, ਅਧੂਰਾ ਗਿਆਨ ਵੀ ਮਾੜਾ ਹੁੰਦਾ ਜੀ। ਆਪਣੇ ਗੁਰੂ ਦੀ ਸਿਫਤ ਸੁਣੋ, ਦੂਜਿਆਂ ਨੂੰ ਸੁਣਾਓ। ਜਿਹੜਾ ਤੁਹਾਡੇ ਦਰਸ਼ਨ ਕਰੇ ਉਹਨੂੰ ਤੁਹਾਨੂੰ ਵੇਖ ਕੇ ਗੁਰੂ ਦਾ ਚੇਤਾ ਆਉਣਾ ਚਾਹੀਦਾ ਜੀ। ਤੁਹਾਡੇ ਦਰਸ਼ਨ ਕਰਕੇ ਉਹਦੇ ਮੁਖੋਂ ਵਾਹਿਗੁਰੂ ਨਿਕਲੇ। ਅਸਲ ਫਾਇਦਾ ਇਹ ਹੈ ਸਾਧ ਸੰਗਤ ਜੀ, ਹਰ ਸਿੱਖ ਜਿਹੜਾ ਹੈ ਨਾ, ਉਹ ਆਪਣੇ ਗੁਰੂ ਜੀ ਦਾ ਪ੍ਰਚਾਰਕ ਹੈ, ਪ੍ਰਚਾਰ ਕਰੇ। ਪਰ ਫਿਰ ਬੇਨਤੀ ਹੈ, ਸੋਸ਼ਲ ਮੀਡੀਆ ਤੇ ਬੜਾ ਊਟ ਪਟਾਂਗ ਆਉਂਦਾ ਰਹਿੰਦਾ ਹੈ। ਕਈ ਗੱਲਾਂ ਗੁਰੂ ਜੀ ਦੀ ਮਰਜ਼ਾਦਾ ਵਾਲੀਆਂ ਨਹੀਂ ਹੁੰਦੀਆਂ, ਕਿੰਤੂ ਪਰੰਤੂ ਵਾਲੀਆਂ ਹੁੰਦੀਆਂ ਨੇ, ਉਹ ਅੱਗੇ ਸ਼ੇਅਰ ਨਾ ਕਰਿਆ ਕਰੋ। ਇਹ ਵੀ ਨਿੰਦਾ ਹੀ ਜੇ ਕਿਸੇ ਨੇ ਕਿਸੇ ਸਥਾਨ ਦੀ ਮਰਿਆਦਾ ਤੇ ਕਿੰਤੂ ਕੀਤੀ, ਉਹਨੂੰ ਗਾਂ ਸ਼ੇਅਰ ਕਰ ਦਿੱਤਾ ਜੀ ਅੱਗੇ। ਇਹ ਕੰਮ ਨਾ ਕਰਿਆ ਕਰੋ। ਭਲੀ ਗੱਲ ਜਿਹੜੀ ਉਹ ਭੇਜੋ। ਜਿਸ ਗੱਲ ਵਿੱਚ ਸੁੱਖ ਹੈ, ਸ਼ਾਂਤੀ ਹੈ, ਪ੍ਰੇਮ ਹੈ, ਉਹ ਭੇਜੋ। ਆਪਣੇ ਮੁਖ ਰਾਹੀਂ ਵੀ ਦੂਜਿਆਂ ਨੂੰ ਸੁਣਾਓ ਤੇ ਗੁਰੂ ਜੀ ਦੀ ਸਿੱਖੀ ਦਾ ਪ੍ਰਚਾਰ ਕਰੋ। ਮੇਰੇ ਕੋਲੋਂ ਕਈ ਪ੍ਰੇਮੀ ਐਸੇ ਆਮਦੇ ਨੇ, ਉਹ ਦੱਸਦੇ ਆ, ਕਹਿੰਦੇ ਅਸੀਂ ਇਹ ਕਥਾ ਸੁਣ ਕੇ ਅੱਗੋਂ ਕਈਆਂ ਨੂੰ ਸੁਣਾਈ ਜਾਂਦੇ ਆ। ਕਹਿੰਦੇ ਇੰਨਾ ਪਿਆਰ ਹੈ ਕਥਾ ਦੇ ਨਾਲ, ਸੁਣ ਕੇ ਦੂਜਿਆਂ ਨੂੰ ਸੁਣਾਉਂਦੇ ਆ ਤੇ ਅੱਗੋਂ ਉਹਨਾਂ ਦੀ ਜ਼ਿੰਮੇਵਾਰੀ ਲਾਈ ਵੀ ਤੁਸੀਂ ਵੀ ਅੱਗੋਂ ਹੋਰਨਾਂ ਨੂੰ ਸੁਣਾਓ ਜੀ। ਸੋ ਮਹਾਰਾਜ ਕਿਰਪਾ ਕਰਨ, ਅੱਗੋਂ ਹੁਣ ਆਪਾਂ ਕਥਾ ਸਰਵਣ ਕਰੀਏ। ਕੋਈ ਰਸਨਾ ਵਾਂਝੀ ਨਾ ਰਹੇ।
ਪਿਆਰ ਨਾਲ ਗੱਜ ਕੇ ਕਹੋ ਧੰਨ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ। ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਧੰਨ ਮਹਾਰਾਜ। ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਧੰਨ ਮਹਾਰਾਜ। ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਸਭ ਮਹਾਰਾਜ। ਸਿੱਖ ਸੰਗਤ ਗੱਜ ਕੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸ੍ਰੀ ਵਾਹਿਗੁਰੂ ਸਾਹਿਬ ਜੀ। ਜਿਸ ਪਰ ਦ੍ਰਿਸ਼ਟ ਕਿਰਪਾ ਕੀ ਕਰੈ। ਕਵੀ ਰਾਜ ਭਾਈ ਸੰਤੋਖ ਸਿੰਘ ਜੀ ਲਿਖਦੇ ਪਿਆਰਿਓ, ਜਿਸ ਉੱਤੇ ਗੁਰੂ ਜੀ ਆਪਣੀ ਕਿਰਪਾ ਦੀ ਦ੍ਰਿਸ਼ਟੀ ਕਰ ਦਿੰਦੇ ਹਨ। ਹਾਂਜੀ, ਨਿਜ ਕੋ ਟੰਬ ਜੁਤ ਭਉ ਜਲ ਤਰੈ। ਗੁਰੂ ਜੀ ਦੀ ਮਿਹਰ ਦੀ ਦ੍ਰਿਸ਼ਟੀ ਵਿੱਚ ਇੰਨੀ ਵੱਡੀ ਤਾਕਤ ਹੈ, ਉਹ ਮਨੁੱਖ ਆਪ ਤੇ ਤਰਦਾ, ਦੂਜਿਆਂ ਨੂੰ ਵੀ ਤਾਰ ਦਿੰਦਾ ਹੈ ਜੀ। ਗੱਜ ਕੇ ਆਖੋ ਵਾਹਿਗੁਰੂ। ਆਪ ਵੀ ਤਰਦਾ, ਉਹਦਾ ਪਰਿਵਾਰ ਵੀ ਤਰ ਜਾਂਦਾ, ਉਹਦੀਆਂ ਕੁੱਲਾਂ ਤਰ ਜਾਂਦੀਆਂ, ਜਿਸ ਉੱਤੇ ਗੁਰੂ ਅਮਰਦਾਸ ਸਾਹਿਬ ਮਿਹਰ ਦੀ ਦ੍ਰਿਸ਼ਟੀ ਪਾ ਦੇਣ ਜੀ। ਹਾਂਜੀ, ਜਿਮ ਗਾਉਂਦੇ ਗੁਰ ਅੰਗਦ ਪਾਸ। ਪੂਰਬ ਕਰੀ ਹੋਤੀ ਅਰਦਾਸ। ਹੁਣ ਅੱਗੋਂ ਪ੍ਰਸੰਗ ਸ਼ੁਰੂ ਹੁੰਦਾ ਹੈ। ਭਾਈ ਗੋਂਦਾ ਜੀ ਨੇ ਗੁਰੂ ਅੰਗਦ ਦੇਵ ਜੀ ਦੇ ਚਰਨਾਂ 'ਚ ਇੱਕ ਅਰਦਾਸ ਕੀਤੀ ਸੀਗੀ ਜੀ। ਗੋਇੰਦ ਵਾਲ ਵਿਸਾਲ ਬਸਾਇਓ। ਕੀ ਆਖਿਆ ਸੀ ਮਹਾਰਾਜ? ਮੇਰੀ ਨਗਰੀ ਹੈ, ਭੂਤ ਪ੍ਰੇਤ ਵਸਦੇ ਆ। ਮਹਾਰਾਜ ਨੇ ਫਿਰ ਉੱਥੇ ਗੁਰੂ ਅਮਰਦਾਸ ਜੀ ਨੂੰ ਭੇਜਿਆ ਸੀ। ਉਦੋਂ ਸੇਵਕ ਰੂਪ ਵਿੱਚ ਸਨ ਮਹਾਰਾਜ, ਤੇ ਜਿੱਧਰ ਜਿੱਧਰ ਚਰਨ ਪਾਏ ਗੁਰੂ ਨਾਨਕ ਸਾਹਿਬ ਜੀ ਦਾ ਨਾਮ ਲੈ ਕੇ ਜਲ ਦਾ ਛਿੱਟਾ ਦਿੱਤਾ, ਸਭ ਭੂਤ ਭੱਜ ਗਏ ਸਨ ਜੀ। ਤੇ ਨਗਰ ਵਸਾਇਆ ਸੀ ਭਾਈ ਗੋਂਦੇ ਦੇ ਨਾਮ ਤੇ ਗੋਇੰਦਵਾਲ। ਤੇ ਜਦੋਂ ਨਗਰ ਵਸਾਉਣ ਦੀ ਕਥਾ ਆਈ ਸੀਗੀ, ਉਦੋਂ ਵੀ ਮੈਂ ਤੁਹਾਡੇ ਚਰਨਾਂ 'ਚ ਬੇਨਤੀ ਕੀਤੀ ਸੀ, ਭਾਈ ਗੋਂਦੇ ਦਾ ਬੜਾ ਭਲਾ ਹੋ ਗਿਆ। ਕਿਉਂ? ਉਹਦਾ ਨਾਮ ਬਾਣੀ ਵਿੱਚ ਵੀ ਆਇਆ ਸੀ। ਗੋਇੰਦਵਾਲ ਗੋਬਿੰਦਪੁਰੀ ਸਮ ਜਲਣ ਤੀਰ ਵਿਪਾਸ ਬਣਾਇਓ। ਸੋ ਗੋਇੰਦਵਾਲ ਸਾਹਿਬ ਨਗਰ ਉਦੋਂ ਮਹਾਰਾਜ ਨੇ ਵਸਾਇਆ ਜੀ। ਹਾਂਜੀ, ਸੋ ਗੁਰ ਕੇ ਅਨੁਸਾਰ ਰਹਾਇਓ। ਉਹ ਭਾਈ ਗੋਂਦਾ ਜੀ ਤੇ ਗੁਰੂ ਅਮਰਦਾਸ ਜੀ ਦੇ ਅਨੁਸਾਰ ਰਹੇ ਜੀ। ਜੋ ਮਹਾਰਾਜ ਨੇ ਕਹਿਣਾ, ਭਾਈ ਗੋਂਦੇ ਨੇ ਉਸੇ ਤਰ੍ਹਾਂ ਕਰਨਾ ਜੀ। ਹਾਂਜੀ, ਆਰ ਬਲਾ ਤਿਸ ਪੂਰੀ ਭਈ। ਸਮਾਂ ਆਇਆ, ਭਾਈ ਗੋਂਦੇ ਦੀ ਉਮਰ ਪੂਰੀ ਹੋ ਗਈ ਜੀ। ਜਿੰਨੀ ਵਾਹਿਗੁਰੂ ਨੇ ਬਖਸ਼ੀ ਸੀ, ਸਵਾਸਾਂ ਦੀ ਪੂੰਜੀ ਪੂਰੀ ਹੋ ਗਈ ਜੀ। ਪ੍ਰਾਨ ਅੰਤ ਕਾਇਆ ਤਜ ਦਈ। ਪ੍ਰਾਣਾ ਦਾ ਅੰਤ ਹੋ ਗਿਆ ਤੇ ਭਾਈ ਗੋਂਦੇ ਨੇ ਸਰੀਰ ਛੱਡ ਦਿੱਤਾ ਜੀ, ਜਿਹਦੇ ਨਾਮ ਤੇ ਗੋਇੰਦਵਾਲ ਸਾਹਿਬ ਹੈ ਜੀ। ਭਾਈ ਗੋਂਦੇ ਦੇ ਸਰੀਰ ਤਿਆਗ ਦਿੱਤਾ ਜੀ। ਹਾਂਜੀ, ਤਿਸ ਕੀ ਸੰਤਤ ਪਾਛੇ ਰਹੀ। ਹੁਣ ਉਹਦੀ ਸੰਤਾਨ ਜਿਹੜੀ ਹੈ, ਉਹ ਪਿੱਛੋਂ ਗੋਇੰਦਵਾਲ ਸਾਹਿਬ ਵਿੱਚ ਰਹੀ ਜੀ। ਹਾਂਜੀ, ਤਿੰਨ ਮਤ ਗੁਰ ਅਨੁਸਰਨੀ ਨਹੀਂ। ਗੱਜ ਕੇ ਆਖੋ ਵਾਹਿਗੁਰੂ। ਪਿਆਰਿਓ, ਭਾਈ ਗੋਂਦਾ ਤੇ ਬੜੇ ਪ੍ਰੇਮ ਵਾਲਾ ਸੀ, ਪਰ ਭਾਈ ਗੋਂਦੇ ਦੇ ਬੱਚੇ ਜਿਹੜੇ ਸੀ ਨਾ, ਉਹ ਨਹੀਂ ਸੀ ਚੰਗੇ ਸੁਭਾਅ ਦੇ ਜੀ। ਉਹ ਗੁਰੂ ਦੀ ਮੱਤ ਦੇ ਅਨੁਸਾਰ ਨਹੀਂ ਸੀ ਚੱਲਦੇ। ਅਰਦਾਸ ਕਰਿਆ ਕਰੋ, ਸੱਚੇ ਪਾਤਸ਼ਾਹ ਅਸੀਂ ਵੀ ਤੁਹਾਡੀ ਮੱਤ ਅਨੁਸਾਰ ਚੱਲੀਏ, ਸਾਡਾ ਪਰਿਵਾਰ ਵੀ ਤੁਹਾਡੀ ਮੱਤ ਅਨੁਸਾਰ ਚੱਲੇ ਜੀ। ਇਸੇ ਕਰਕੇ ਮਹਾਰਾਜ ਨੇ ਸਾਨੂੰ ਅਰਦਾਸ ਸਿਖਾਈ ਨਾ, ਸੁਖੀ ਬਸੈ ਮੋਰੋ ਪਰਿਵਾਰਾ। ਪਿਆਰਿਓ, ਇਹ ਵੀ ਅਰਦਾਸ ਕਰਿਆ ਕਰੋ, ਮਹਾਰਾਜ ਸਾਡੇ ਕੁੱਲ ਬੱਚੇ ਸਿੱਖ ਹੀ ਰਹਿਣ, ਸੱਚੇ ਪਾਤਸ਼ਾਹ ਸਦਾ। ਉਹ ਭਾਈ ਗੋਂਦੇ ਦੇ ਬੱਚੇ ਗੁਰੂ ਅਮਰਦਾਸ ਜੀ ਦਾ ਹੁਕਮ ਨਹੀਂ ਸੀ ਮੰਨਦੇ ਜੀ। ਹਾਂਜੀ, ਚੌਧਰਤਾ ਹਮਰੇ ਇਮ ਜਾਣੇ। ਉਹ ਕਹਿੰਦੇ ਸੀ ਸਾਡਾ ਨਗਰ ਹੈ, ਸਾਡੀ ਚੌਧਰਤਾ ਹੈ, ਅਸੀਂ ਮੁਖੀ ਹਾਂ ਇੱਥੋਂ ਤੇ। ਹਾਂਜੀ, ਇਸ ਪੁਰ ਕੇ ਨਰ ਵਿਖੇ ਮਹਾਨੇ। ਵੀ ਇਸ ਨਗਰ ਵਿੱਚ ਗੁਰੂ ਜੀ ਤੋਂ ਵੀ ਵੱਡੇ ਅਸੀਂ ਹੈਗੇ ਆ। ਗੱਜ ਕੇ ਆਖੋ ਵਾਹਿਗੁਰੂ। ਬਸ ਚੌਧਰਤਾ ਲੈ ਡੁੱਬਦੀ ਬੰਦੇ ਨੂੰ ਜੀ, ਭਾਵੇਂ ਕਿਤੋਂ ਦੀ ਵੀ ਹੋਵੇ ਜੀ। ਉਹ ਕਹਿਣ ਲੱਗੇ ਇਸ ਨਗਰ ਦੇ ਮੁਖੀ ਅਸੀਂ ਹੈਗੇ ਆ। ਹਾਂਜੀ, ਸਗਰੋ ਨਗਰ ਹਮਾਰੋ ਹੈ। ਹਾਮੇ ਸੀਗੀ, ਬਾਰ-ਬਾਰ ਉਹਨਾਂ ਇਹ ਗੱਲ ਕਹਿਣੀ, ਇਹ ਨਗਰ ਸਾਡਾ ਹੈ, ਗੋਇੰਦਵਾਲ ਸਾਡਾ ਹੈ, ਸਾਡੇ ਬਾਬੇ ਦੇ ਨਾਮ ਤੇ ਬਣਿਆ। ਅਰ ਪੈ ਭੇਟ ਇਹਾਂ ਜੋ ਰਹਿ। ਤੇ ਉਹ ਸੋਚਦੇ ਸੀ ਵੀ ਜਿਹੜੇ ਲੋਕ ਹੈ ਨਾ, ਉਹ
ਭੇਟਾਵਾਂ ਸਾਨੂੰ ਦੇਣ, ਗੁਰੂ ਸਾਹਿਬ ਨੂੰ ਨਾ ਦੇਣ। ਹੁਣ ਕਿੱਥੇ ਸੱਚੇ ਪਾਤਸ਼ਾਹ, ਹਾਂਜੀ ਆਪ ਰੱਬ, ਆਪ ਪਰਮੇਸ਼ਰ, ਕਿੱਥੇ ਉਹ ਮਾੜੂ ਜੇ ਬੰਦੇ ਦੀ? ਜੇ ਮਹਾਰਾਜ ਚਰਨ ਨਾ ਪਾਉਂਦੇ ਤਾਂ ਰੋਂਦੇ ਹੋਣਾ ਸੀਗਾ ਜੀ ਇਹਨਾਂ ਨੇ। ਸ਼੍ਰੀ ਗੁਰ ਕੋ ਘਰ ਹੈ ਬੈਸਾਲਾ। ਹੁਣ ਗੁਰੂ ਸਾਹਿਬ ਦਾ ਘਰ ਬੜਾ ਵੱਡਾ ਜੀ, ਗੁਰੂ ਘਰ ਬਹੁਤ ਵੱਡਾ ਹੈ। ਦੇਤ ਨਹੀਂ ਸੋ ਕੁਛ ਕਿਸ ਕਾਲਾ। ਉਹ ਪਤਾ ਕੀ ਕਹਿਣ ਲੱਗੇ, ਗੁਰੂ ਅਮਰਦਾਸ ਸਾਹਿਬ ਸਾਨੂੰ ਹਿੱਸਾ ਦੇਣ ਵਿੱਚੋਂ। ਗੱਜ ਕੇ ਆਖੋ ਵਾਹਿਗੁਰੂ। ਜਿੰਨੀਆਂ ਭੇਟਾਵਾਂ ਉਹਨਾਂ ਅੱਗੇ ਚੜ੍ਹਦੀਆਂ, ਹੁਣ ਮੂਰਖਤਾ ਹੀ ਹੈ, ਹੋਰ ਕੀ ਹੈ ਜੀ। ਆਵਤ ਇਨਕੋ ਦਰਬ ਬਡੇਰੇ। ਬਸ ਇਹ ਉਹਨਾਂ ਨੂੰ ਵੇਖਦਾ ਸੀ ਵੀ ਮਾਇਆ ਬੜੀ ਚੜ੍ਹਦੀ ਹੈ, ਇਹਦੇ ਪਵਾੜੇ ਹੈ ਜੀ, ਮਾਇਆ ਬੜੀ ਚੜ੍ਹਦੀ ਹੈ। ਚਲ ਹੈ ਦੇਗ ਨਰ ਅਚਹਿ ਕਨੇਰੇ। ਲੰਗਰ ਹਰ ਵਕਤ ਚੱਲਦਾ, ਕਈ ਲੋਕ ਕਨੇਰੇ ਲੋਕ ਆ ਕੇ ਛਕਦੇ ਆ। ਉਚਿਤ ਅਬ ਹੈ ਇਨ ਤੇ ਧਨ ਲੀਜਹਿ। ਗੋਂਦੇ ਦੀ ਸੰਤਾਨ ਕਹਿਣ ਲੱਗੇ ਵੀ ਹੁਣ ਇਹਨਾਂ ਕੋਲੋਂ ਮਾਇਆ ਲੈਣੀ ਚਾਹੀਦੀ ਹੈ, ਅਸੀਂ ਮਾਇਆ ਲਈਏ ਇਹਨਾਂ ਕੋਲੋਂ। ਹਾਂਜੀ, ਹੱਕ ਚੌਧਰਤਾ ਕੋ ਕਹਿ ਦੀਜਹਿ। ਗੱਜ ਕੇ ਆਖੋ ਵਾਹਿਗੁਰੂ। ਨਾਲੇ ਦੱਸੀਏ ਸਾਡਾ ਹੱਕ ਹੈ, ਅਸੀਂ ਚੌਧਰੀ ਹੈਗੇ ਆ। ਗੁਰਮੁਖੋ ਬਾਣੀ ਵਿੱਚ ਪ੍ਰਧਾਨ ਚੌਧਰੀ ਉਹਨੂੰ ਆਖਿਆ ਜਿਹੜਾ ਨਾਮ ਜਪਦਾ ਜੀ। ਕੜਮ ਚੌਧਰੀਆਂ ਨੂੰ ਚੌਧਰੀ ਨਹੀਂ ਮੰਨਿਆ ਜੀ, ਇੱਕ ਕੜਮ ਚੌਧਰੀ ਹੈ ਜੀ। ਹਾਂਜੀ, ਪ੍ਰਥਮ ਆਮਦਨ ਧਨ ਕੀ ਥੋਰੀ। ਉਹ ਵਿਚਾਰ ਕਰਦੇ ਵੀ ਪਹਿਲਾਂ ਤੇ ਗੁਰੂ ਜੀ ਨੂੰ ਮਾਇਆ ਬੜੀ ਥੋੜੀ ਆਉਂਦੀ ਹੁੰਦੀ ਸੀਗੀ। ਅਬ ਚਾਹੋ ਦਿਸ਼ ਤੇ ਆਏ ਅਕੋਰੀ। ਹੁਣ ਚਾਰੇ ਪਾਸਿਓਂ ਹੀ ਮਾਇਆ ਆਈ ਜਾਂਦੀ ਹੈ। ਗੱਜ ਕੇ ਆਖੋ ਵਾਹਿਗੁਰੂ। ਕੌਣ ਦੱਸੇ ਸ਼੍ਰੀ ਨਾਥਾਂ ਕੇ ਨਾਥ ਮਾਇਆ ਚਰਨ ਧਿਆਵਹੀ। ਗੁਰੂ ਅਮਰਦਾਸ ਸਾਹਿਬ ਮਾਲਕਾਂ ਦੇ ਮਾਲਕ ਨੇ, ਮਾਇਆ ਤੇ ਇਹਨਾਂ ਦੇ ਚਰਨਾਂ ਨੂੰ ਧਿਆਉਂਦੀ ਹੈ। ਉਹ ਕਹਿੰਦੇ ਮਾਇਆ ਸਾਡੇ ਕੋਲ ਆਵੇ ਜੀ, ਹਿੱਸਾ ਮਿਲੇ ਸਾਨੂੰ। ਮਤ ਮਲੀਨ ਮਿਥਿਆ ਅਭਿਮਾਨੀ। ਹਾਂਜੀ, ਨਿਕਟ ਗੁਰੂ ਨਹਿ ਮਹਿਮਾ ਜਾਨੀ। ਗੱਜ ਕੇ ਆਖੋ ਵਾਹਿਗੁਰੂ। ਕਵੀ ਸੰਤੋਖ ਸਿੰਘ ਜੀ ਕਹਿੰਦੇ ਉਹ ਗੁਰੂ ਸਾਹਿਬ ਦੇ ਨੇੜੇ ਰਹਿ ਕੇ ਵੀ ਗੁਰੂ ਜੀ ਦੀ ਮਹਿਮਾ ਨਹੀਂ ਜਾਣ ਸਕੇ ਜੀ। ਕਿਉਂ? ਮੱਤ ਵਿੱਚ ਮੈਲ ਵੜ ਗਈ ਸੀਗੀ, ਹਉਮੈ ਸੀਗੀ। ਗੁਰੂ ਸਾਹਿਬ ਦੇ ਨੇੜੇ ਰਹੇ ਆ ਪਰ ਉਹ ਗੁਰੂ ਜੀ ਦੀ ਮਹਿਮਾ ਨਹੀਂ ਜਾਣ ਸਕੇ ਵੀ ਸੱਚੇ ਪਾਤਸ਼ਾਹ ਤੇ ਰੱਬ ਹੈਗੇ ਆ। ਹਾਂਜੀ, ਤੀਰਥ ਬਾਸੀ ਜਿਮ ਨਰ ਹੋਵਹਿ। ਨਹੀਂ ਮਹਾਤਮ ਤਿਨ ਕੋ ਜੋਵਹਿ। ਕਹਿੰਦੇ ਜਿਵੇਂ ਜਿਹੜੇ ਬੰਦੇ ਤੀਰਥਾਂ ਤੇ ਰਹਿੰਦੇ ਆ ਨਾ, ਉਹਨਾਂ ਨੂੰ ਮਹਾਤਮ ਨਹੀਂ ਪਤਾ ਹੁੰਦਾ, ਉਹਨਾਂ ਨੂੰ ਪਤਾ ਨਹੀਂ ਹੁੰਦਾ ਅਸੀਂ ਕਿੰਨੀ ਮਹਾਨ ਜਗ੍ਹਾ ਉੱਤੇ ਰਹਿ ਰਹੇ ਹਾਂ। ਹਾਂਜੀ, ਨਹਿ ਸ਼ਰਦਾ ਸੋ ਦੇਹ ਇਸ਼ਨਾਨ ਹੈ। ਉਹ ਨਹੀਂ ਇਸ਼ਨਾਨ ਕਰਦੇ ਜੀ। ਹੁਣ ਵੇਖ ਲਓ ਜਿੰਨੇ ਜਿੰਨੇ ਵੱਡੇ ਤੀਰਥ ਹੈਗੇ ਜੀ, ਉੱਥੇ ਰਹਿਣ ਵਾਲੇ ਬੰਦੇ ਨਹੀਂ ਇਸ਼ਨਾਨ ਕਰਦੇ ਹੋਣਗੇ, ਬਾਹਰੋਂ ਆ ਕੇ ਇਸ਼ਨਾਨ ਕਰਦੇ ਜੀ। ਉਹਨਾਂ ਨੂੰ ਕਦਰ ਨਹੀਂ ਹੁੰਦੀ ਜੀ। ਇਸ ਦਿਨ ਮੂਡ ਅਵਗਿਆ ਠਨ ਹੈ। ਉਹ ਦਿਨ ਰਾਤ ਉੱਥੇ ਮੂਰਖ ਬੰਦੇ ਰਹਿ ਕੇ ਅਵਗਿਆ ਕਰਦੇ ਆ ਉਸ ਜਗ੍ਹਾ ਦੀ, ਉਸ ਪਵਿੱਤਰ ਸਥਾਨ ਦੀ। ਜਾਹੇ ਦੂਰ ਤੇ ਸਾਦਰ ਮੱਝ ਹੈ। ਪਰ ਜਿਹੜੇ ਦੂਰੋਂ ਆਉਂਦੇ ਆ ਉਹ ਬੜੇ ਪ੍ਰੇਮ ਨਾਲ ਇਸ਼ਨਾਨ ਕਰਦੇ ਆ। ਤੇ ਹੁਣ ਸੱਚ ਦੱਸਿਓ, ਮੈਂ ਸਮੇਤ ਆਪਣੇ ਗੱਲ ਕਰਦਾ ਹਾਂ, ਸਾਡੇ ਵਿੱਚੋਂ ਕਿੰਨਿਆਂ ਕੁ ਨੇ ਹਰਿਮੰਦਰ ਸਾਹਿਬ ਪ੍ਰੇਮ ਨਾਲ ਸਰੋਵਰ 'ਚ ਚੁੱਭਾ ਮਾਰ ਕੇ ਇਸ਼ਨਾਨ ਕਰਦੇ ਜੀ? ਮਸੀਂ ਹੈ, ਕੋਈ ਕਿਰਪਾ ਹੋ ਜੇ ਮਹੀਨੇ ਕੁ ਬਾਅਦ, ਮਸਾਂ ਹੀ ਹੈ ਜੀ। ਹਾਂਜੀ, ਇੱਕ ਬੰਦਾ ਨਾ ਜੀ ਇੱਥੇ ਰਹਿੰਦਾ ਹੁੰਦਾ ਸੀ ਕਿੱਤਿਆਂ ਵਿੱਚ ਜੀ, ਤੇ ਉਹ ਨਾ ਜੀ ਆਪਣੇ ਸਾਥੀ ਨੂੰ ਕਹਿਣ ਲੱਗਾ ਕਿ ਮੈਨੂੰ ਬੜੇ ਸਾਲ ਹੋ ਗਏ ਆ, 30 ਕੁ ਸਾਲ ਹੋ ਗਏ ਆ ਮੈਂ ਹਰਿਮੰਦਰ ਸਾਹਿਬ ਨਹੀਂ ਗਿਆ। ਕਹਿਣ ਲੱਗਾ ਉੱਥੋਂ ਕਿੱਤਿਆਂ ਤੋਂ ਹਰਿਮੰਦਰ ਸਾਹਿਬ 5 ਮਿੰਟ ਤੁਰ ਕੇ ਲੱਗਦੇ ਹੋਣਗੇ। ਹੁਣ ਕਿਹੋ ਜਿਹਾ ਹਰਿਮੰਦਰ ਸਾਹਿਬ? ਉਹ ਕਹਿਣ ਲੱਗਾ ਫੀਤਾ ਲੈ ਕੇ ਨਾਪ ਲਾ, ਜਿੱਥੇ ਸੀ ਉੱਥੇ ਹੀ ਹੈ। ਗੱਜ ਕੇ ਆਖੋ ਵਾਹਿਗੁਰੂ। ਉਹ ਨਹੀਂ ਆਪਣੀ ਥਾਂ ਤੋਂ ਲਿਆ, ਤੂੰ ਹੀ ਨਹੀਂ ਪਹੁੰਚਿਆ।
ਭਾਗ ਕਿਸਮਤ। ਨੇੜੇ ਮਹਾਨ ਸਤਿਗੁਰੂ ਨੇ, ਬੰਦੇ ਨੂੰ ਕਦਰ ਨਹੀਂ ਹੁੰਦੀ। ਸ਼ੁਭ ਫਲ ਪ੍ਰਾਪਤ ਕਲ ਮਲ ਭਜਹਿ। ਕਵੀ ਸੰਤੋਖ ਸਿੰਘ ਲਿਖਦੇ, ਕਹਿੰਦੇ ਦੂਰੋਂ ਆ ਕੇ ਬੰਦਾ ਇਸ਼ਨਾਨ ਕਰਕੇ ਫਲ ਪ੍ਰਾਪਤ ਕਰ ਲੈਂਦਾ, ਨੇੜੇ ਵਾਲੇ ਖਾਲੀ ਰਹਿ ਜਾਂਦੇ। ਤਿਮ ਇਹੋ ਮੂਰਖ ਹਿਰਦੇ ਮਲੀਨੇ। ਇਸੇ ਤਰ੍ਹਾਂ ਭਾਈ ਗੋਂਦੇ ਦੀ ਜਿਹੜੀ ਸੰਤਾਨ ਸੀ ਨਾ, ਉਹਨਾਂ ਦੇ ਮਨ ਮੈਲੇ ਹੋ ਗਏ, ਮੂਰਖਤਾਈ ਕੀਤੀ, ਹਿਰਦੇ ਮਲੀਨ ਹੋ ਗਏ ਜੀ ਉਹਨਾਂ ਦੇ। ਹਾਂਜੀ, ਗੁਰੂ ਮਹਾਤਮ ਨਹਿ ਮਨ ਚੀਨੇ। ਮਹਾਤਮ ਨਹੀਂ ਜਾਣਿਆ, ਗੁਰੂ ਸਾਹਿਬ ਦੀ ਵਡਿਆਈ ਨਹੀਂ ਜਾਣੀ ਕਿ ਮਹਾਰਾਜ ਕਿੰਨੇ ਵੱਡੇ ਆ, ਕਿੰਨੀ ਵੱਡੀ ਗੁਰੂ ਦੀ ਬਖਸ਼ਿਸ਼ ਹੈ। ਬਸ ਆਪਣੀ ਚੌਧਰਤਾ ਵੇਖਦੇ ਰਹੇ ਜੀ। ਲੱਗੇ ਅਵਗਿਆ ਕਰਨ ਘੋਟਾਲੀ। ਹੰਕਾਰੀ ਭੈੜੀ ਮੱਤ ਦੇ ਗੁਰੂ ਸਾਹਿਬ ਦੀ ਨਾ ਅਵਗਿਆ ਕਰਨ ਦੇ ਪ੍ਰੋਗਰਾਮ ਬਣਾਉਂਦੇ ਜੀ। ਫਿਰ ਹਾਂਜੀ, ਹੰਕਾਰੀ ਦੁਰਮਤੀ ਕੁਚਾਲੀ। ਉਹ ਹੰਕਾਰੀ ਹੈ ਨਾ, ਭੈੜੀ ਮੱਤ ਵਾਲੇ ਹੈ, ਪੁੱਠੀ ਚਾਲੇ ਚੱਲਣ ਵਾਲੇ ਹੈ। ਗੱਜ ਕੇ ਆਖੋ ਵਾਹਿਗੁਰੂ। ਇਹ ਕਥਾ ਸੁਣਦਿਆਂ ਸੁਣਦਿਆਂ ਅਰਦਾਸਾਂ ਕਰੋ। ਇਸ ਭਾਂਡੇ ਦਾ ਪਤਾ ਨਹੀਂ ਹੁੰਦਾ ਬੰਦੇ ਦਾ ਕਿਹੜੇ ਵੇਲੇ ਕੀ ਹੋ ਜਾਣਾ। ਅਰਦਾਸ ਕਰਿਆ ਕਰੋ, ਸੱਚੇ ਪਾਤਸ਼ਾਹ ਸ਼ਰਧਾ ਹੀ ਬਣੀ ਰਵੇ ਤੁਹਾਡੇ ਤੇ, ਭਰੋਸਾ ਬਣਿਆ ਰਵੇ। ਸਤਿਗੁਰ ਨਿਕਟ ਜਾਏ ਕਰ ਬੈਸੇ। ਉਹ ਗੁਰੂ ਸਾਹਿਬ ਦੇ ਨੇੜੇ ਜਾ ਕੇ ਬੈਠ ਗਏ ਜੀ। ਚੌਧਰੀ ਹੋਣ ਦਾ ਮਾਣ ਹੈਗਾ ਜੀ। ਹਾਂਜੀ, ਧਰੇ ਲੋਭ ਬੋਲੇ ਤਬ ਐਸੇ। ਮਾਇਆ ਆਉਂਦੀ ਦਿਸਦੀ ਹੈ, ਇਹ ਨਹੀਂ ਪਤਾ ਮਾਇਆ ਚਰਨ ਤੇ ਆਉਂਦੀ ਮਹਾਰਾਜ ਦੇ। ਲੋਭ ਧਾਰ ਕੇ ਲਾਲਚ ਨਾਲ ਗੁਰੂ ਅਮਰਦਾਸ ਜੀ ਨੂੰ ਉਹ ਇੰਜ ਕਹਿਣ ਲੱਗੇ ਸੀ, ਹਮਰੇ ਨਗਰ ਬਾਸ ਜੇ ਕੀਜੈ। ਦੇਖੋ ਕਿੰਨੀ ਮੱਤ ਇਹਨਾਂ ਦੀ ਖਰਾਬ ਹੋ ਗਈ ਸੀ। ਗੱਜ ਕੇ ਆਖੋ ਵਾਹਿਗੁਰੂ। ਨਗਰ ਤੇ ਗੁਰੂ ਸਾਹਿਬ ਨੇ ਵਸਾਇਆ ਜੀ, ਇਹ ਤੇ ਉਜਾੜ ਸੀ, ਭੂਤ ਪ੍ਰੇਤਾਂ ਦੀ ਥਾਂ ਸੀ। ਭਾਈ ਗੋਂਦੇ ਨੇ ਕਦੀ ਨਹੀਂ ਕਹੀ ਇਹ ਗੱਲ, ਪਰ ਸੰਤਾਨ ਭੈੜੀ ਮੱਤ ਵਾਲੀ ਸੀ। ਕਹਿਣ ਲੱਗੇ ਜੇ ਤੁਸੀਂ ਸਾਡੇ ਇਸ ਨਗਰ ਵਿੱਚ ਰਹਿਣਾ, ਹਾਂਜੀ, ਕੁਛ ਸਿਰਦਾਰੀ ਹਮਕੋ ਦੀਜੈ। ਥੋੜਾ ਬਹੁਤਾ ਚੌਧਰਪੁਣਾ ਸਾਨੂੰ ਵੀ ਦਿਓ, ਕਹਿਣ ਲੱਗੇ। ਹਾਂਜੀ, ਅਪਰ ਸਰਬ ਕੀ ਮਨ ਹੈ ਆਨ। ਜਥਾ ਜੋਗ ਦੇਵਹਿ ਕਰ ਆਨ। ਗੱਜ ਕੇ ਆਖੋ ਵਾਹਿਗੁਰੂ। ਹੋਰ ਅਸੀਂ ਤੁਹਾਡੀ ਸਾਰੀ ਗੱਲ ਮੰਨਾਂਗੇ, ਪਰ ਸਾਨੂੰ ਥੋੜਾ ਬਹੁਤਾ ਹਿੱਸਾ ਚਾਹੀਦਾ, ਕਹਿਣ ਲੱਗੇ। ਕਿਉਂ? ਜ਼ਮੀਨ ਸਾਡੀ ਹੈ। ਭੁਲੇਖਾ ਸੀਗੀ ਇਹ ਤੇ ਇਹਨਾਂ ਦੇ ਬਾਪ ਨੇ ਵਚਨ ਕੀਤਾ ਸੀਗਾ, ਜਿੰਨੀ ਜ਼ਮੀਨ ਚਾਹੀਦੀ ਮਹਾਰਾਜ ਤੁਹਾਡੀ ਆ, ਲੈ ਲਓ ਸਾਰੀ। ਹਾਂਜੀ, ਬਹੁ ਸੰਮਤ ਬੀਤੇ ਤੁਮ ਰਹੋ। ਗੱਜ ਕੇ ਆਖੋ ਵਾਹਿਗੁਰੂ। ਕਹਿਣ ਲੱਗੇ ਕਿੰਨੇ ਸਾਲ ਹੋ ਗਏ ਆ ਤੁਹਾਨੂੰ ਇੱਥੇ ਰਹਿੰਦਿਆਂ ਨੂੰ। ਹਾਂਜੀ, ਅਨਕ ਉਪਾਇਨ ਜਗ ਤੇ ਲਹੋ। ਤੇ ਤੁਹਾਨੂੰ ਆਉਂਦਾ ਵੀ ਬੜਾ ਕੁਝ ਹੈ, ਭੇਟਾਵਾਂ ਵੀ ਬੜੀਆਂ ਆਉਂਦੀਆਂ ਨੇ ਤੁਹਾਨੂੰ। ਹਾਂਜੀ, ਪੂਰਬ ਅਲਪ ਹੋਤੀ ਗੁਜਰਾਨ। ਪਹਿਲਾਂ ਤਾਂ ਨਹੀਂ ਸੀ ਆਉਂਦਾ, ਕਹਿੰਦੇ ਕੁਛ ਵੀ ਬੜਾ ਥੋੜਾ ਸੀਗਾ ਤੁਹਾਡੇ ਕੋਲ। ਹਾਂਜੀ, ਅਬ ਮਾਨਹਿ ਬਹੁ ਆਨ ਜਹਾਨ। ਪਰ ਹੁਣ ਤੇ ਤੁਹਾਨੂੰ ਕੁੱਲ ਜਹਾਨ ਹੀ ਮੰਨਦਾ, ਕਹਿੰਦਾ ਕੁੱਲ ਜਹਾਨ ਮੰਨਦਾ। ਹਾਂਜੀ, ਮਤ ਮੰਦਨ ਤੇ ਸੁਨ ਗਤ ਦਾਨੀ। ਇਸ ਕਰਕੇ ਸਾਨੂੰ ਹਿੱਸਾ ਚਾਹੀਦਾ। ਗੱਜ ਕੇ ਆਖੋ ਵਾਹਿਗੁਰੂ। ਗੁਰੂ ਸਾਹਿਬ ਨੇ ਉਹਨਾਂ ਕੋਲੋਂ ਸੁਣਿਆ ਵੀ ਬੜੀ ਪੁੱਠੀ ਮੱਤ ਹੋ ਗਈ ਇਹਨਾਂ ਦੀ, ਹਿੱਸਾ ਮੰਗਣ ਲੱਗ ਪਏ ਆ। ਹਾਂਜੀ, ਸਹਿਜ ਸੁਭਾਇਕ ਬੋਲੇ ਬਾਣੀ। ਵਾਹ ਵਾਹ, ਕਹੋ ਪ੍ਰੇਮ ਨਾਲ ਧੰਨ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ। ਧੰਨ ਸ਼੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ। ਗੁਰੂ ਸਾਹਿਬ ਜੀ ਨੇ ਫਿਰ ਵੀ ਬਖਸ਼ਿਸ਼ ਵਾਲਾ ਹੀ ਸੁਭਾਅ ਰੱਖਿਆ ਜੀ। ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਵਾਜ ਸਹਿਜ ਸੁਭਾਅ ਕਹਿਣ ਲੱਗੇ ਇਹਨਾਂ ਨੂੰ। ਹਾਂਜੀ, ਲੰਗਰ ਵਿਖੇ ਗਮਨ ਕਰ ਜਾਵੋ। ਮਹਾਰਾਜ ਕਹਿਣ ਲੱਗੇ ਕੋਈ ਗੱਲ ਨਹੀਂ, ਲੰਗਰ ਵਿੱਚ ਜਾਓ, ਕਹਿਣ ਲੱਗੇ। ਹਾਂਜੀ, ਜਿਤੋ ਅੰਨ ਚਾਹੋ ਤਹ ਖਾਵੋ। ਜਿੰਨਾ ਪ੍ਰਸ਼ਾਦਾ ਅੰਨ ਚਾਹੀਦਾ
ਉੱਥੇ ਜਾ ਕੇ ਛਕ ਲਿਆ ਕਰੋ। ਮਹਾਰਾਜ ਕਹਿਣ ਲੱਗੇ ਤੁਹਾਨੂੰ ਨਾ ਕੋਈ ਕਹਿਣ ਲੱਗੇ। ਹਾਂਜੀ। देश बदेसी संगत सारी, चलहें देखत है अचहे आहारी। ਦੇਸ਼ਾਂ ਵਿਦੇਸ਼ਾਂ ਤੋਂ ਸੰਗਤ ਆਉਂਦੀ ਹੈ, ਲੰਗਰ ਚੱਲਦਾ, ਤੁਸੀਂ ਵੀ ਛਕੋ। ਮਹਾਰਾਜ ਕਹਿਣ ਲੱਗੇ। ਹਾਂਜੀ। ਹਟਕਾਰ ਨਾ ਕਿਸ ਕੀ ਤਿਸ ਥਾਨ। ਸੱਚੇ ਪਾਤਸ਼ਾਹ ਕਹਿਣ ਲੱਗੇ ਅਸੀਂ ਤੇ ਕਦੀ ਕਿਸੇ ਨੂੰ ਵੀ ਨਹੀਂ ਮਨਾ ਕੀਤਾ, ਤੇ ਤੁਹਾਨੂੰ ਕਿਵੇਂ ਕਰਾਂਗੇ। ਮਹਾਰਾਜ ਕਹਿਣ ਲੱਗੇ। ਹਾਂਜੀ। ਛੁਟਿਤ ਕਰਤ ਸਭ ਭੋਜਨ ਖਾਨ। ਸਾਰੇ ਭੋਜਨ ਛਕਦੇ ਆ, ਤੇ ਮੁੱਖ ਮਸਲਾ ਤੇ ਪ੍ਰਸ਼ਾਦੇ ਦਾ ਹੀ ਹੈ ਨਾ ਜੀ। ਸਾਨੂੰ ਕੋਈ ਇਹ ਗੱਲ ਕਹਿ ਦੇ ਵੀ ਤੇਰੇ ਰੋਜ਼ ਦਾ ਲੰਗਰ 3 ਟਾਈਮ ਦਾ ਤੁਹਾਡੇ ਘਰ ਆ ਜਾਇਆ ਕਰੇਗਾ ਜੀ, ਤੇ ਲਓ ਸਾਡੀ ਅੱਧੀ ਚਿੰਤਾ ਲੱਥ ਜਾਣੀ। ਇੰਝ ਹੀ ਹੈ ਨਾ, 3 ਟਾਈਮ ਦਾ ਕੋਈ ਆਖੇ ਵੀ ਪਹੁੰਚ ਜਾਏਗਾ ਤੇ ਅੱਧੀਓਂ ਵੱਧ ਚਿੰਤਾ ਹੀ ਲੱਥ ਜਾਣੀ। ਵੀ ਮੁੱਖ ਮਸਲਾ ਤੇ ਪ੍ਰਸ਼ਾਦੇ ਦਾ, ਬਾਕੀ ਬਿਜਲੀ ਬੁਜਲੀ ਦੇ ਖਰਚੇ ਤੇ ਛੋਟੇ ਹੁੰਦੇ, ਮੇਨ ਤੇ ਇਹੋ ਹੀ ਹੈਗਾ ਜੀ। ਹਾਂਜੀ। ਤੇ ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਵੀ ਲੰਗਰ ਛਕੋ, 3 ਟਾਈਮ ਛਕੋ, ਜਿੰਨਾ ਮਰਜ਼ੀ ਛਕੋ। ਇੱਥੋਂ ਲੋੜਵੰਦ ਆ ਕੇ ਛਕਦੇ ਕਹਿਣ ਲੱਗੇ। ਹਾਂਜੀ। ਸੋ ਜਾਨਹੁ ਸਰਬੰਸ ਹਮਾਰਾ, ਅਹ ਗਰੀਬਨ ਕੇਰ ਗੁਜ਼ਾਰਾ। ਉਹ ਸਾਰਾ ਸਾਡਾ ਸਰਬੰਸ ਹੈ। ਮਹਾਰਾਜ ਕਹਿਣ ਲੱਗੇ ਸਾਡੇ ਹੀ ਨੇ ਸਾਰੇ। ਹਾਂਜੀ। ਪਿਤਾ ਤਿਹਾਰੇ ਕਛੂ ਨਾ ਚਾਹਾ। ਮਹਾਰਾਜ ਉਹਨਾਂ ਨੂੰ ਪਿਆਰ ਨਾਲ ਸਮਝਾਉਣ ਲੱਗੇ। ਕਹਿੰਦੇ ਪਿਆਰਿਓ, ਬੱਚਿਓ, ਤੁਹਾਡੇ ਪਿਤਾ ਨੇ ਕਦੀ ਸਾਡੇ ਨਾਲ ਇਹੋ ਜਿਹੀ ਗੱਲ ਨਹੀਂ ਸੀ ਕੀਤੀ। ਹਾਂਜੀ। ਧਰੇ ਲੋਭ ਆਏ ਹਮ ਪਾਹਾ। ਪਰ ਫਿਰ ਮਹਾਰਾਜ ਨੇ ਸਿੱਧੀ ਗੱਲ ਕਹਿ ਦਿੱਤੀ। ਮਹਾਰਾਜ ਕਹਿੰਦੇ ਤੁਸੀਂ ਆਪਣੇ ਬਾਪ ਦੇ ਰਸਤੇ ਤੇ ਨਹੀਂ ਚੱਲ ਰਹੇ, ਲਾਲਚੀ ਹੋ ਗਏ ਹੋ। ਲਾਲਚੀ ਹੋ ਗਏ ਹੋ, ਸਾਡੇ ਕੋਲ ਆ ਗਏ ਹੋ ਮਾਇਆ ਮੰਗਣ ਵਾਸਤੇ। ਧਨ ਕੋ ਸੰਚਨ ਹਮਰੇ ਨਾਹਨ। ਤੇ ਮਹਾਰਾਜ ਕਹਿੰਦੇ ਇੱਕ ਗੱਲ ਸੁਣ ਲਓ, ਅਸੀਂ ਮਾਇਆ ਇਕੱਠੀ ਨਹੀਂ ਕਰਦੇ। ਮਹਾਰਾਜ ਕਹਿਣ ਲੱਗੇ। ਅੰਨ ਆਦ ਵਸਤੂ ਘਰ ਮਾਹੇ ਨਾ। ਗਰੀਬ ਨਵਾਜ਼ ਸੱਚੇ ਪਾਤਸ਼ਾਹ ਕਹਿਣ ਲੱਗੇ ਅੰਨ ਆਦਿਕ ਕੋਈ ਵਸਤੂ ਵਾਧੂ ਨਹੀਂ ਰੱਖਦੇ, ਇੱਕ ਦਿਨ ਤੋਂ ਵੱਧ ਨਹੀਂ ਰੱਖਦੇ। ਮਹਾਰਾਜ ਜੋ ਤੁਮ ਕੋ ਹਮ ਦੇਹ ਨਿਕਾਸ। ਜੇ ਕੁਝ ਰੱਖੀਏ ਤੇ ਤੁਹਾਨੂੰ ਹਿੱਸਾ ਦਈਏ ਨਾ ਜੀ। ਮਹਾਰਾਜ ਦਾ ਬਚਨ ਸੀਗਾ ਮਾਇਆ ਨਹੀਂ ਚੜਾਉਣੀ ਸਾਨੂੰ ਜੀ, ਉਪਹਾਰ ਨਹੀਂ ਚੜਾਉਣਾ। ਪ੍ਰੇਮੀ ਸਿੱਖਾਂ ਨੇ ਬੇਨਤੀ ਕਰ ਕਰਕੇ ਤੇ ਮਹਾਰਾਜ ਨੂੰ ਮਾਇਆ ਭੇਟਾ ਕਰਨੀ ਸ਼ੁਰੂ ਕਰ ਦਿੱਤੀ। ਹਾਂਜੀ। ਤੇ ਗੁਰੂ ਸਾਹਿਬ ਦੀ ਇਹ ਮਰਿਆਦਾ ਸੀ ਵੀ ਇੱਕ ਦਿਨ ਦਾ ਜਿੰਨਾ ਖਰਚਾ ਹੈ ਨਾ ਓਨੀ ਲੈਂਦੇ ਸਨ। ਉਹਦੇ ਤੋਂ ਬਾਅਦ ਕਹਿੰਦੇ ਸੀ ਨਾ ਭਾਈ ਹੁਣ ਨਹੀਂ ਚਾਹੀਦੀ, ਲੈ ਜਾਓ ਆਪਣੀ ਮਾਇਆ ਵਾਪਸ ਲੈ ਜਾਓ, ਹੁਣ ਨਹੀਂ ਚਾਹੀਦੀ। ਤੇ ਮੈਨੂੰ ਯਾਦ ਹੈ ਬਾਬਾ ਦਰਸ਼ਨ ਸਿੰਘ ਜੀ ਕੁੱਲੀ ਵਾਲੇ ਦੀ ਗੋਇੰਦਵਾਲ ਸਾਹਿਬ ਲੰਗਰ ਹਾਲ ਬਣਾਉਣ ਦੇ, ਉਸੇ ਗੋਇੰਦਵਾਲ ਸਾਹਿਬ ਲੰਗਰ ਹਾਲ ਪੱਕਾ ਕਰ ਰਹੇ ਸਨ। ਪੱਖੇ ਚੱਲਣ, ਪੱਖਿਆਂ ਦੀ ਲੋੜ ਸੀਗੀ ਜੀ। ਤੇ ਉਹ ਕਹਿਣ ਲੱਗੇ ਵੀ ਭਾਈ ਇੱਕ ਪੱਖਾ ਤੇ ਇੱਕ ਪੁੱਤ। ਗੱਜ ਕੇ ਆਖੋ ਵਾਹਿਗੁਰੂ। ਸਾਧੂ ਸੀ ਨਾ ਜੀ। ਉਹ ਲੋਕ ਆ ਗਏ ਜੀ। ਹਾਂਜੀ। ਤੇ ਜਿੰਨਾ ਚੜਾਇਆ, ਕਿੰਨੇ ਕੁ ਪੱਖੇ ਲੱਗਣੇ ਸੀ, ਹਜ਼ਾਰਾਂ ਵਿੱਚ ਤੇ ਲੱਗਣੇ ਨਹੀਂ ਜੀ। ਜਿੰਨੇ ਪੱਖੇ ਲੱਗਣੇ ਉਹਨੇ ਤੁਰੰਤ ਹੀ ਆ ਗਏ ਜੀ। ਤੇ ਜਦੋਂ ਆ ਗਏ ਤੇ ਇੱਕ ਮਾਈ ਹੋਰ ਪੱਖੇ ਚੁੱਕੀ ਲਿਆਵੇ, ਉਹ ਲੋੜ ਮੁੱਕ ਗਈ ਸੀ। ਕਹਿੰਦੇ ਮਾਤਾ ਰੁਕ ਜਾ, ਦੁਕਾਨ ਬੰਦ ਹੋ ਗਈ। ਕਹਿਣ ਲੱਗੇ ਗੱਜ ਕੇ ਆਖੋ ਵਾਹਿਗੁਰੂ। ਹੁਣ ਨਹੀਂ ਚਾਹੀਦੀ। ਕਹਿਣ ਲੱਗੇ ਹੁਣ ਨਹੀਂ ਪੱਖੇ ਚਾਹੀਦੇ, ਲੈ ਜਾ, ਹੁਣ ਨਹੀਂ ਲੋੜ ਹੈਗੀ। ਕਹਿੰਦੇ ਗੁਰੂ ਅਮਰਦਾਸ ਜੀ ਦੀ ਅਸਲ 'ਚ ਮਰਿਆਦਾ ਸੀ, ਜਿੰਨੀ ਮਾਇਆ ਦੀ ਲੋੜ ਹੁੰਦੀ ਸੀ ਓਨੀ ਲੈਂਦੇ ਸਨ। ਬਾਅਦ ਚੋਂ ਕਹਿੰਦੇ ਸੀ ਹੁਣ ਨਹੀਂ ਚਾਹੀਦੀ, ਲੈ ਜਾਓ। ਤੇ ਮਹਾਰਾਜ ਗਾਉਂਦੇ ਤੇ ਪੁੱਤਰਾਂ ਨੂੰ ਕਹਿਣ ਲੱਗੇ ਵੀ ਅਸੀਂ ਤੇ ਆਪ ਨਹੀਂ ਰੱਖੀ ਕਦੀ, ਤੇ ਤੁਹਾਨੂੰ ਕਿੱਥੋਂ ਦਈਏ। ਮਹਾਰਾਜ ਕਹਿਣ ਲੱਗੇ ਗੱਜ ਕੇ ਆਖੋ ਵਾਹਿਗੁਰੂ। ਸੋ ਨਹਿ ਰਾਖਹਿ ਕਛੂ ਆਵਾਸ,
ਸੁਨ ਗੋਂਦੇ ਸੁਤ ਬਾਕ ਬਖਾਨਿਓ। ਗੋਂਦੇ ਦਾ ਪੁੱਤਰ ਸੁਣ ਕੇ ਮਹਾਰਾਜ ਸੱਚੇ ਪਾਤਸ਼ਾਹ ਨੂੰ ਇਸ ਤਰ੍ਹਾਂ ਕਹਿਣ ਲੱਗਾ, ਹਮ ਤੋ ਲੈਨ ਦਰਬ ਕੋ ਠਾਨਿਓ। ਕਹਿੰਦਾ ਜੀ ਸਾਨੂੰ ਨਹੀਂ ਪਤਾ, ਮੈਨੂੰ ਨਹੀਂ ਪਤਾ, ਮੈਂ ਤੇ ਠਾਣ ਲਿਆ ਵੀ ਹਿੱਸਾ ਲਿਆ ਕਰਨਾ ਤੁਹਾਡੇ ਕੋਲੋਂ। ਅਪਰ ਵਸਤ ਹਮ ਲੇਤ ਨਾ ਕੋਈ। ਹੋਰ ਕੋਈ ਵਸਤੂ ਤਾਂ ਅਸੀਂ ਲੈਣੀ ਨਹੀਂ, ਲੈਣੀ ਵੀ ਮਾਇਆ। ਹਾਂਜੀ, ਧਨ ਦੀਜਹਿ ਕਰ ਧਾਰੈ ਸੋਈ। ਹੱਥ 'ਚ ਮਾਇਆ ਰੱਖੋ ਸਾਡੇ, ਮਾਇਆ ਚਾਹੀਦੀ ਸਾਨੂੰ। ਗੁਰੂ ਸਾਹਿਬ ਸੰਗਤਾਂ ਦੀ ਮਾਇਆ ਐਵੇਂ ਚੌਧਰੀਆਂ ਨੂੰ ਨਹੀਂ ਨਾ ਦੇਣੀ ਚਾਹੁੰਦੇ ਜੀ। ਹਾਂਜੀ, ਸਦਨ ਆਪਨੇ ਅਚਹਿ ਆਹਾਰਾ। ਮੂਰਖ ਮੱਤ ਵਾਲਾ ਇਹ ਕਹਿਣ ਲੱਗਾ, ਕਹਿੰਦਾ ਸਾਡੇ ਘਰ ਰੋਟੀ ਨਹੀਂ, ਪ੍ਰਸ਼ਾਦਾ ਨਹੀਂ ਹੈਗਾ। ਕਹਿਣ ਲੱਗਾ ਪ੍ਰਸ਼ਾਦਾ ਅਸੀਂ ਆਪਣੇ ਘਰੋਂ ਛਕਦੇ। ਕਹਿਣ ਲੱਗਾ ਅੰਨ ਖਰੀਦਹਿ ਮੋਲ ਬਜ਼ਾਰਾ। ਦੇਣੀ ਹੈ ਤੇ ਮਾਇਆ ਦਿਓ, ਅੰਨ ਮੁੱਲ ਖਰੀਦ ਕੇ ਪ੍ਰਸ਼ਾਦਾ ਛਕਿਆ ਕਰਾਂਗੇ। ਤੁਮਰੇ ਨਿਕਟ ਕਮੀ ਨਹਿ ਕੋ। ਕਹਿਣ ਲੱਗਾ ਇਹਦੇ ਵਿੱਚ ਕੀ ਹੈ, ਤੁਹਾਡੇ ਕੋਲ ਕਿਹੜੀ ਕਮੀ ਹੈਗੀ ਹੈ। ਸੰਗਤ ਰਹਿ ਭੀਰ ਕਰ ਸੋ। ਸੰਗਤ ਆਉਂਦੀ ਰਹਿੰਦੀ ਹੈ, ਭੀੜਾਂ ਲੱਗੀਆਂ ਰਹਿੰਦੀਆਂ ਨੇ, ਮਾਇਆ ਦਿਓ ਸਾਨੂੰ। ਗੱਜ ਕੇ ਆਖੋ ਵਾਹਿਗੁਰੂ। ਕਈ ਮੂਰਖ ਲੋਕ ਸੋਚਦੇ ਐ ਵੀ ਸਾਨੂੰ ਹਿੱਸਾ ਮਿਲਦਾ ਰਵੇ, ਸਾਨੂੰ ਮਾਇਆ ਦਿੰਦਾ ਰਵੇ ਬਾਬਾ ਚੰਗਾ। ਜਿੱਦਣ ਰੋਕ ਲਿਆ ਉਦਣ ਬਾਬਾ ਮਾੜਾ ਜੀ। ਸੋਚਦੇ ਆ, ਇਹ ਨਹੀਂ ਪਤਾ ਵੀ ਇਹ ਤੇ ਗੁਰੂ ਸਾਹਿਬ ਦੀ ਹੈ ਸਾਰੀ, ਕਿਸੇ ਇੱਕ ਦੀ ਨਹੀਂ ਹੈ। ਹਾਂਜੀ, ਨਿਤ ਪ੍ਰਤ ਆਨਹਿ ਦਰਬ ਉਦਾਰਾ। ਗੋਂਦੇ ਦੇ ਪੁੱਤਰ ਵੀ ਉਹੋ ਜਿਹੀ ਹੈ ਜੀ, ਉਹੋ ਜਿਹੀ ਹੈ ਜੀ। ਕਹਿੰਦੇ ਇੰਨੀ ਮਾਇਆ ਰੋਜ਼ ਆਉਂਦੀ ਹੈ, ਸਾਨੂੰ ਦਿਆ ਕਰੋ ਹਿੱਸਾ। ਦੂਰ ਦੂਰ ਕੇ ਨਰ ਬਹੁ ਬਾਰਾ। ਗੱਜ ਕੇ ਆਖੋ ਵਾਹਿਗੁਰੂ। ਹੱਥ ਰੱਖਿਆ ਕਰੋ। ਦੂਰ ਦੂਰ ਕੇ ਨਰ ਬਹੁ ਬਾਰਾ। ਬਸ ਇਹ ਵੇਖਦਾ ਵੀ ਦੂਰੋਂ ਦੂਰੋਂ ਲੋਕ ਆਉਂਦੇ ਮਾਇਆ ਚੜਾਉਣ ਵਾਸਤੇ, ਤੇ ਮਾਇਆ ਬੜੀ ਆਉਂਦੀ ਹੈ। ਭੁਲੇਖਾ ਹੀ ਹੁੰਦਾ ਜੀ ਬੰਦੇ ਨੂੰ। ਸ਼ਰਧਾ ਧਰਹਿ ਨਿਭਾਵਹਿ ਸੀਸ। ਲੋਕ ਆਉਂਦੇ ਐ, ਸਿਰ ਨਿਭਾਉਂਦੇ ਐ। ਹਾਂਜੀ, ਕੇਤਕ ਆਵਤ ਨਿਕਟ ਮਹੀਸ਼। ਔਰ ਅਸੀਂ ਤੇ ਵੇਖਦੇ ਆ, ਆਏ ਦਿਨ ਕੋਈ ਨਾ ਕੋਈ ਰਾਜਾ ਵੀ ਤੁਰਿਆ ਹੀ ਹੁੰਦਾ ਮੱਥਾ ਟੇਕਣ ਵਾਸਤੇ। ਹਾਂਜੀ, ਆਏ ਉਪਾਇਨ ਅਨਕ ਪ੍ਰਕਾਰਾ। ਫਿਰ ਨਜ਼ਰਾਨੇ ਲੈ ਕੇ ਆਉਂਦੇ ਆ ਤੁਹਾਡੇ ਕੋਲ ਅਨੇਕ ਤਰ੍ਹਾਂ ਦੇ। ਹਾਂਜੀ, ਤਿੰਨ ਮਹਿ ਤੇ ਦੇਹੋ ਹੱਕ ਹਮਾਰਾ। ਗੱਜ ਕੇ ਆਖੋ ਵਾਹਿਗੁਰੂ। ਉਹਨਾਂ ਵਿੱਚੋਂ ਹੱਕ ਚਾਹੀਦਾ ਸਾਨੂੰ, ਸਾਡਾ ਹੱਕ ਦੇ ਦਿਓ ਜੀ। ਹਾਂਜੀ, ਇਹ ਨਹੀਂ ਉਹਨਾਂ ਮੂਰਖਾਂ ਨੂੰ ਪਤਾ। ਧੰਨ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਉਹ ਨੇ ਜਿਨ੍ਹਾਂ ਦੇ ਚਰਨਾਂ 'ਚ ਇੱਕ ਲక్ష్ਮੀ ਨਹੀਂ, ਕਰੋੜਾਂ ਲక్ష్ਮੀਆਂ ਗੋਲੀਆਂ ਬਣ ਕੇ ਰਹਿੰਦੀਆਂ ਜੀ। ਇਹ ਥੋੜੀ ਜਿਹੀ ਮਾਇਆ ਵਾਸਤੇ ਤਰਸਣ ਦੇ। ਕਰੋੜਾਂ ਲక్ష్ਮੀਆਂ ਮੇਰੇ ਸਤਿਗੁਰਾਂ ਦੇ ਚਰਨਾਂ 'ਚ ਗੋਲੀਆਂ ਬਣ ਕੇ ਰਹਿੰਦੀਆਂ। ਭਾਈ ਗੁਰਦਾਸ ਜੀ ਕਹਿੰਦੇ ਲక్ష్ਮੀਆਂ ਲੱਖ ਗੋਲੀਆਂ, ਕਾਮ ਧੇਨ ਦੇ ਵੱਗ ਹਜ਼ਾਰਾਂ। ਇੱਕ ਕਾਮ ਧੇਨੂ ਗਾਨ, ਉਹ ਬੰਦੇ ਨੂੰ ਜੋ ਮੰਗੇ ਕਹਿੰਦੇ ਉਹ ਦਿੰਦੀ ਹੈ। ਕਾਮ ਧੇਨੂ ਗਾਨ ਦੇ ਬਾਰੇ ਸੁਣਿਆ ਨਹੀਂ। ਭਾਈ ਗੁਰਦਾਸ ਜੀ ਕਹਿੰਦੇ ਸਿੱਖਾ ਸਤਿਗੁਰੂ ਦੇ ਚਰਨਾਂ ਨਾਲ ਜੁੜਿਆ ਰਹਿ। ਇੱਥੇ ਇੱਕ ਤੇ ਕਾਮ ਧੇਨੂ ਗਾਨ ਨਹੀਂ, ਕਾਮ ਧੇਨ ਗਾਂ ਦੇ ਵੱਗ ਤੁਰੇ ਫਿਰਦੇ ਆ, ਉਹ ਵੀ ਹਜ਼ਾਰਾਂ ਵੱਗ ਤੁਰੇ ਫਿਰਦੇ ਆ। ਇਹ ਮਾਇਆ ਨੂੰ ਤਰਸਣ ਦੇ। ਸੁਨ ਸ਼੍ਰੀ ਅਮਰ ਕਹਿਓ ਤਿਨ ਫੇਰ। ਗੱਜ ਕੇ ਆਖੋ ਧੰਨ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ। ਧੰਨ ਸ਼੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ। ਸੱਚੇ ਪਾਤਸ਼ਾਹ ਗਰੀਬ ਨਵਾਜ ਉਹਨਾਂ ਨੂੰ ਫੇਰ ਕਹਿਣ ਲੱਗੇ, ਸਮਝਾਉਣ ਲੱਗੇ। ਹਾਂਜੀ, ਧਨ ਕੋ ਲੋਭ ਕਰਤ ਹੋ ਢੇਰ। ਮਹਾਰਾਜ ਕਹਿੰਦੇ ਤੁਸੀਂ ਬਹੁਤਾ ਹੀ ਲਾਲਚ ਕਰਦੇ ਹੋ ਮਾਇਆ ਦਾ। ਹਾਂਜੀ, ਗੁਰ ਕੇ ਸਦਨ ਮਿਲੇਗੀ ਦੇਗ। ਗੁਰੂ ਦੇ ਘਰੋਂ ਤੇ ਲੰਗਰ ਹੀ ਮਿਲੇਗਾ। ਕਹਿਣ ਲੱਗੇ ਹਾਂਜੀ, ਅਵਰ ਲੋਭ ਤਿਆਗੋ ਤੁਮ ਬੇਗ। ਬਾਕੀ ਲੋਭ ਛੱਡ ਦਿਓ, ਲੰਗਰ ਜਿੰਨਾ ਮਰਜ਼ੀ ਲੈ ਜਾਓ। ਮਹਾਰਾਜ ਕਹਿਣ ਲੱਗੇ ਹਾਂਜੀ, ਕਾਹੇ ਤ੍ਰਿਸ਼ਨਾ ਅਧਿਕ ਕਰਤ ਹੋ। ਗੱਜ ਕੇ ਆਖੋ ਵਾਹਿਗੁਰੂ। ਮਹਾਰਾਜ ਕਹਿੰਦੇ ਤ੍ਰਿਸ਼ਨਾ ਕਿਉਂ ਕਰਦੇ ਹੋ? ਤ੍ਰਿਸ਼ਨਾ ਦਾ ਕੀ ਅਰਥ ਹੁੰਦਾ ਜੀ? ਹੋਰ ਮਿਲੇ,
ਹੋਰ ਮਿਲੇ ਤੇ ਮਾਫ ਕਰਿਓ, ਤ੍ਰਿਸ਼ਨਾਲੂ ਤੇ ਅਸੀਂ ਸਾਰੇ ਹੀ ਹੈਗੇ ਆਂ ਜੀ। ਗੁਰੂ ਕੋਲੋਂ ਹੱਕ ਨਹੀਂ ਮੰਗਦੇ, ਦੂਜਾ ਮੰਗਦੇ ਆਂ ਜੀ। ਮਹਾਰਾਜ ਕਹਿੰਦੇ ਤ੍ਰਿਸ਼ਨਾ ਕਿਉਂ ਕਰ ਰਹੇ ਹੋ? ਹਾਂਜੀ, ਹਮ ਸੋ ਧਨ ਕੇ ਹੇਤ ਅਰਤ ਹੋ। ਤੇ ਸਾਡੇ ਨਾ ਮਾਇਆ ਲੈਣ ਵਾਸਤੇ ਅੜਨ ਦੇ ਗੱਜ ਕੇ ਆਖੋ ਵਾਹਿਗੁਰੂ। ਮੂਰਖ ਸਨ, ਜੋ ਮੰਗਦੇ ਗੁਰੂ ਜੀ ਨੇ ਦੇਣਾ ਸੀਗਾ ਜੀ। ਗੁਰੂ ਸਾਹਿਬ ਤੇ ਬ੍ਰਹਮ ਗਿਆਨੀ ਬਣਾਉਂਦੇ ਤੇ ਮਾਇਆ ਕੀ ਚੀਜ਼ ਹੈਗੀ ਹੈ ਜੀ। ਹਾਂਜੀ, ਐਸੇ ਬਹੁਤ ਭਈ ਤਕਰਾਰ। ਉਹ ਇਸ ਤਰੀਕੇ ਨਾਲ ਨਾ ਕਾਫੀ ਗੱਲਾਂ ਬਾਤਾਂ ਹੋ ਗਈਆਂ ਜੀ। ਉਹ ਬੋਲਣ ਮਹਾਰਾਜ ਸਮਝਾਉਣ, ਉਹ ਲੜਨ ਮਹਾਰਾਜ ਪ੍ਰੇਮ ਨਾਲ ਸਮਝਾਉਣ ਜੀ। ਹਾਂਜੀ, ਓੜਕ ਦੁਸ਼ਟ ਕਰਤ ਭੇਰਾਰ। ਅਖੀਰ ਨੂੰ ਉਹ ਝਗੜਾ ਹੀ ਕਰਨ ਲੱਗ ਪਿਆ ਜੀ। ਭਾਈ ਗੋਂਦਾ ਤੇ ਨਾਲ 2-4 ਆਏ ਹੋਣਗੇ ਜੀ, ਭਾਈ ਗੋਂਦੇ ਦੇ ਪੁੱਤਰ ਦੇ ਨਾਲ। ਕਹਿਤ ਭਏ ਹਮ ਦਿੱਲੀ ਜਾਮ ਹੈ। ਪਤਾ ਕੀ ਕਹਿਣ ਲੱਗੇ? ਕਹਿੰਦੇ ਜੀ ਜੇ ਮਾਇਆ ਨਹੀਂ ਦਓਗੇ ਤੇ ਦਿੱਲੀ ਜਾ ਕੇ ਸ਼ਿਕਾਇਤ ਲਾਵਾਂਗੇ ਤੁਹਾਡੀ। ਜਿਵੇਂ ਆਪਾਂ ਕਹਿੰਦੇ ਆ ਕੋਰਟ ਚ ਲੈ ਜਾਾਂਗੇ ਤੁਹਾਨੂੰ। ਹਾਂਜੀ, ਕਰ ਫਰਿਆਦ ਤੁਮ ਤੇ ਧਨ ਪਾਵਹਿ। ਉਥੋਂ ਬਾਦਸ਼ਾਹ ਅੱਗੇ ਫਰਿਆਦ ਕਰਕੇ ਤੁਹਾਡੇ ਕੋਲੋਂ ਹਿੱਸਾ ਲਿਆ ਕਰਾਂਗੇ। ਹਾਂਜੀ, ਸਤਿਗੁਰ ਕਹਿਓ ਖੁਸ਼ੀ ਸੋ ਕਰੋ। ਗੱਜ ਕੇ ਆਖੋ ਵਾਹਿਗੁਰੂ। ਗੁਰੂ ਅਮਰਦਾਸ ਸਾਹਿਬ ਕਹਿੰਦੇ ਜਾਓ ਖੁਸ਼ੀ ਨਾਲ ਜੋ ਕਰਨਾ ਕਰ ਲਓ। ਇੱਕ ਗੱਲ ਚੇਤਾ ਰੱਖਿਓ, ਰੱਬ ਦਾ ਜਿਹੜਾ ਪਿਆਰਾ ਨਾ ਉਹਦੇ ਕੋਲ ਰੱਬ ਦਾ ਬੜਾ ਵੱਡਾ ਆਸਰਾ ਹੁੰਦਾ। ਉਹ ਨਹੀਂ ਡਰਦਾ ਮਾੜੇ ਮੋਟਿਆਂ ਕੋਲੋਂ ਜੀ। ਤੇ ਗੁਰੂ ਅਮਰਦਾਸ ਸਾਹਿਬ ਤਾਂ ਆਪ ਰੱਬ ਹੈਗੇ ਆ ਜੀ। ਮਹਾਰਾਜ ਕਹਿੰਦੇ ਜੋ ਕਰਨਾ ਕਰ ਲਓ। ਹਮ ਤੇ ਧਨ ਕੀ ਆਸ ਨਾ ਧਰੋ। ਪਰ ਮਹਾਰਾਜ ਕਹਿੰਦੇ ਮਾਇਆ ਦੀ ਆਸ ਨਾ ਰੱਖਿਓ ਵੀ ਸੰਗਤ ਦੀ ਮਾਇਆ ਤੁਹਾਨੂੰ ਦੇਵਾਂਗੇ। ਹਾਂਜੀ, ਗਏ ਸਦਨ ਉਠ ਮਤਾ ਪਕਾਇਓ। ਚਲੇ ਗਏ ਘਰ ਜੀ ਉਹ ਬੰਦੇ, ਜਾ ਕੇ ਮੀਟਿੰਗ ਕੀਤੀ ਜੀ। ਹਾਂਜੀ, ਦਿੱਲੀ ਜਾਏ ਕਲੰਕ ਸੋ ਪਾਇਓ। ਤੇ ਦਿੱਲੀ ਜਾ ਕੇ ਵੱਡਾ ਕਲੰਕ ਲੈਣਾ ਜੀ ਹੁਣ ਇਹਨਾਂ ਨੇ ਜੀ। ਹਾਂਜੀ, ਅਵਗਤੇ ਆਗੇ ਫਰਿਆਦ। ਜਬ ਗੱਤੇ ਆਗੇ ਫਰਿਆਦ, ਦਿੱਲੀ ਦੇ ਬਾਦਸ਼ਾਹ ਅੱਗੇ ਜਾ ਕੇ ਫਰਿਆਦ ਕੀਤੀ ਜੀ ਉਹਨਾਂ ਨੇ। ਹਾਂਜੀ, ਮੂਰਖ ਕਰਤ ਭਏ ਬਹੁ ਬਾਤ। ਮੂਰਖ ਉੱਥੇ ਜਾ ਕੇ ਗੁਰੂ ਜੀ ਦੀ ਸ਼ਿਕਾਇਤ ਲਾਉਂਦੇ ਆ ਜੀ। ਬਾਦਸ਼ਾਹ ਸਾਨੂੰ ਹਿੱਸਾ ਚਾਹੀਦਾ। ਹਾਂਜੀ, ਏਕ ਪਠਾਨ ਗੁਰੂ ਕਾ ਦਾਸ। ਉੱਥੇ ਨਾ ਜੀ ਬਾਦਸ਼ਾਹ ਦੇ ਕੋਲ ਮਾਲ ਅਧਿਕਾਰੀ ਜਿਹੜਾ ਹੁੰਦਾ ਚਵਗੱਤਾ, ਗੱਜ ਕੇ ਆਖੋ ਵਾਹਿਗੁਰੂ। ਮਾਲ ਅਧਿਕਾਰੀ ਜਿਹੜਾ ਹੁੰਦਾ ਨਾ ਜੀ, ਉਹਦੇ ਕੋਲ ਉੱਥੇ ਇੱਕ ਪਠਾਨ ਸੀਗਾ ਜੀ। ਉਹ ਪਠਾਨ ਪਤਾ ਕੌਣ ਸੀ? ਉਹ ਗੁਰੂ ਅਮਰਦਾਸ ਜੀ ਦਾ ਸਿੱਖ ਸੀਗਾ ਜੀ। ਹਾਂਜੀ, ਸਭਾ ਮਦ ਚਵਗਤੇ ਪਾਸ। ਉੱਥੇ ਇਹ ਫਰਿਆਦ ਕਰਨ ਦੇ ਆ ਗੁਰੂ ਸਾਹਿਬ ਦੇ ਉਲਟ। ਉੱਥੇ ਹੀ ਉਹ ਪਠਾਨ ਗੁਰੂ ਕਾ ਸਿੱਖ ਬੈਠਾ ਸੀਗਾ ਜੀ। ਹਾਂਜੀ, ਸਰਬ ਭੇਦ ਪ੍ਰਗਟਾਵਤ ਭਇਓ। ਉਹਨੇ ਦੱਸਿਆ ਸਾਰੀ ਗੱਲ। ਇਹਨਾਂ ਦੀਆਂ ਥਾਵਾਂ ਤੇ ਭੂਤ ਪ੍ਰੇਤ ਵਸਦੇ ਸੀ, ਦਿਨੇ ਨਹੀਂ ਕੋਈ ਪੈਰ ਰੱਖਦਾ। ਇਹਨਾਂ ਦਾ ਬਾਬਾ ਧੰਨ ਗੁਰੂ ਅੰਗਦ ਸਾਹਿਬ ਜੀ ਦੇ ਚਰਨਾਂ 'ਚ ਗਿਆ। ਗੁਰੂ ਅੰਗਦ ਸਾਹਿਬ ਜੀ ਨੇ ਗੁਰੂ ਅਮਰਦਾਸ ਜੀ ਨੂੰ ਭੇਜਿਆ। ਅੱਜ ਗੁਰੂ ਅਮਰਦਾਸ ਸਾਹਿਬ ਉੱਥੋਂ ਆ ਜਾਣ ਥਾਂ ਫਿਰ ਉਹੋ ਹੀ ਹੋ ਜਾਏਗੀ। ਉਹਨੇ ਉਹ ਸਾਰੀ ਗੱਲ ਦੱਸੀ ਜੀ ਉਹਨਾਂ ਨੂੰ। ਹਾਂਜੀ, ਦੁਸ਼ਟਨ ਕੋ ਝੂਠਾ ਤਿਨ ਕਯੋ। ਉਹ ਸਾਰੇ ਲਾਂਤਾਂ ਪਾਉਣ ਲੱਗੇ ਵੀ ਜੇ ਤੁਹਾਡੇ ਪਿਤਾ ਨੇ ਨਹੀਂ ਕੁਝ ਆਖਿਆ, ਤੁਹਾਡੇ ਪਿਤਾ ਨੇ ਪਹਿਲਾਂ ਚਾਅ ਨਾਲ ਜ਼ਮੀਨ ਦਿੱਤੀ ਹੈ, ਹੁਣ ਸਿੱਧੀ ਗੱਲ ਹੈ ਤੁਹਾਡੇ ਮਨ 'ਚ ਈਰਖਾ ਆ ਗਈ ਹੈ। ਗੱਜ ਕੇ ਆਖੋ ਵਾਹਿਗੁਰੂ। ਵੀ ਗੁਰੂ ਅਮਰਦਾਸ ਜੀ ਦੀ ਵਡਿਆਈ ਕਿਉਂ ਹੈ? ਉਹਨਾਂ ਅੱਗੇ ਦੁਨੀਆ ਕਿਉਂ ਝੁਕਦੀ ਹੈ, ਸਾਡੇ ਅੱਗੇ ਕਿਉਂ ਨਹੀਂ ਝੁਕਦੀ ਜੀ? ਤੁਹਾਡੇ ਅੰਦਰ ਈਰਖਾ ਆ ਗਈ ਹੈ। ਤੇ ਚੇਤਾ ਰੱਖਿਓ, ਈਰਖਾਲੂ ਬੰਦਾ ਭਰੀ ਸਭਾ ਵਿੱਚ ਝੂਠਾ ਪੈ ਜਾਂਦਾ ਜੀ। ਝੂਠਾ ਪੈ ਜਾਂਦਾ ਜੀ। ਬਸ ਫਿਰ ਕੀ ਸੀਗਾ ਜੀ? ਦੁਸ਼ਟਨ ਕੋ ਝੂਠਾ ਤਿਨ ਕਯੋ। ਉਹ ਦੁਸ਼ਟਾਂ ਨੂੰ ਝੂਠਾ ਕਰਤਾ ਜੀ ਸਾਰਿਆਂ ਦੇ ਵਿੱਚ। ਹਾਂਜੀ, ਲੱਗੀ ਹੋਣ ਤਿਨ ਪਰ ਬਹੁ ਮਾਰ। ਉਹ ਹਟਣ ਨਾ ਜੀ, ਉਹ ਗੁੱਸੇ 'ਚ ਆਏ ਜੀ। ਉੱਥੋਂ ਦੇ 2 ਬੰਦਿਆਂ ਨੇ ਜਦੋਂ ਆਖਿਆ ਨਾ ਤੁਸੀਂ ਝੂਠੇ ਹੋ, ਉਹਨਾਂ ਨੂੰ ਲੜਨ ਲੱਗ ਪਏ। ਉਹਨਾਂ ਨੂੰ ਗਲੋਂ ਫੜ ਲਿਆ ਵੀ ਤੁਸੀਂ ਸਾਨੂੰ ਝੂਠਾ ਕਿਉਂ ਆਖਿਆ? ਉਹਨਾਂ ਵੀ 2 ਧਰ ਦਿੱਤੀਆਂ ਜੀ। ਉਹ 2 ਬੰਦੇ ਹੋਰ ਆਏ, ਉਹਨਾਂ ਵੀ ਧਰਤੀਆਂ ਜੀ। ਉਹ ਇਸ ਤਰੀਕੇ ਨਾਲ ਕਰਦਿਆਂ ਨਾ ਉਹਨਾਂ ਦੀ ਉੱਥੇ ਮਾਰ ਕਟਾਈ ਸ਼ੁਰੂ ਹੋ ਗਈ ਜੀ। ਇੱਕ ਗੱਲ ਚੇਤਾ ਰੱਖਿਓ,
ਜਿਹੜਾ ਗੁਰੂ ਦੇ ਉਲਟ ਜਾਂਦਾ ਹੈ, ਜਿੱਥੇ ਮਰਜ਼ੀ ਚਲ ਜੇ ਧੱਕੇ ਹੀ ਧੱਕੇ ਨੇ ਜੀ। ਹਾਂਜੀ, ਧੱਕੇ ਦੇ ਕਾਢੇ ਦਰਬਾਰ। ਲਓ ਸੁਣ ਲਓ ਫਿਰ, ਉਹਨਾਂ ਨੂੰ ਧੱਕੇ ਦੇ ਕੇ ਦਰਬਾਰ ਵਿੱਚੋਂ ਕੱਢਿਆ ਜੀ, ਉੱਥੋਂ ਦਿੱਲੀ ਦੇ ਵਿੱਚੋਂ ਨਾ ਧੱਕੇ ਦੇ ਕੇ ਬਾਹਰ ਕੱਢਿਆ, ਨਾਲੇ ਕੁੱਟਿਆ ਨਾਲੇ ਧੱਕੇ ਦੇ ਕੇ ਕੱਢਿਆ। ਗੱਜ ਕੇ ਆਖੋ ਵਾਹਿਗੁਰੂ। ਨਿੰਦਕ ਕਾ ਮੁਖ ਕਾਲਾ ਹੋਆ, ਦੀਨ ਦੁਨੀਆ ਕੈ ਦਰਬਾਰ। ਨਿੰਦਕ ਦਾ ਮੂੰਹ ਕਾਲਾ ਹੀ ਹੋਣਾ ਜੀ। ਹਾਂਜੀ, ਬਹੁਤ ਦੁਖੀ ਸਭ ਸੋਜ ਗਵਾਈ। ਉਹ ਬੜੇ ਦੁਖੀ ਹੋਏ ਜੀ, ਜਿਹੜਾ ਪਹਿਲਾ ਸੀ ਉਹ ਵੀ ਮਾਣ ਸਨਮਾਨ ਗਵਾ ਬੈਠੇ ਜੀ। ਹਾਂਜੀ, ਘਰ ਆਵਤ ਲੱਜਾ ਬਹੁ ਪਾਈ। ਜਦੋਂ ਉਹ ਘਰ ਆ ਰਹੇ ਸੀ ਨਾ ਕੁੱਟ ਖਾ ਕੇ, ਬੜੇ ਸ਼ਰਮਿੰਦੇ ਹੋਏ ਸਨ ਜੀ। ਹਾਂਜੀ, ਰੋਲ ਮਰ ਗਏ ਜੋ ਆਏ ਫੇਰ, ਦੁਖੀ ਭਏ ਜਮ ਮਾਰੇ ਘੇਰ। ਪਰ ਰਸਤੇ ਵਿੱਚ ਉਹਨਾਂ ਨਾਲ ਉਹ ਬੁਰਾ ਹਾਲ ਹੋਇਆ, ਉੱਥੇ ਹੀ ਰੁਲ ਮਲ ਗਏ ਜੀ। ਬਹੁਤੇ ਉੱਥੇ ਹੀ ਰੁਲ ਕੇ ਮਰ ਗਏ, ਕੁੱਟ ਖਾਂਦਿਆਂ ਖਾਂਦਿਆਂ ਹੀ। ਜਿਹੜੇ ਵਾਪਸ ਆ ਗਏ ਜੀ, ਉਹ ਬੜੇ ਸ਼ਰਮਿੰਦੇ ਹੋਏ ਜੀ। ਹਾਂਜੀ, ਇਹੋ ਬਿਰਤਾਂਤ ਸਭਨ ਸੁਨ ਪਾਇਓ। ਉਧਰ ਗੋਇੰਦਵਾਲ ਸਾਹਿਬ ਖਬਰ ਪਹੁੰਚ ਗਈ। ਗੱਜ ਕੇ ਆਖੋ ਵਾਹਿਗੁਰੂ। ਤੇ ਉਹਨਾਂ ਦੁਸ਼ਟਾਂ ਦਾ ਬੜਾ ਮਾੜਾ ਹਾਲ ਹੋਇਆ। ਖਬਰ ਪਹੁੰਚ ਕੇ, ਪਿਆਰਿਓ ਗੁਰੂ ਜੀ ਨੇ ਤੇ ਪਹਿਲਾਂ ਹੀ ਕਿਹਾ ਸੀ, ਜਾਓ ਜੋ ਕਰਨਾ ਕਰ ਲਓ। ਕਹਿਣ ਲੱਗੇ ਜੋ ਕਰਨਾ ਕਰ ਲਓ। ਇਹੋ ਹਾਲ ਹੋਣਾ ਸੀਗਾ। ਰੱਬ ਤੋਂ ਡਰਨਾ ਚਾਹੀਦਾ, ਰੱਬ ਦੇ ਪਿਆਰਿਆਂ ਅੱਗੇ ਅੜਨਾ ਨਹੀਂ ਚਾਹੀਦਾ। ਇੱਕ ਮਿੰਟ ਵਾਸਤੇ ਮੈਂ ਬੇਨਤੀ ਕਰਾਂ, ਫਿਰ ਆਪਾਂ ਇਸੇ ਬੰਨੇ ਤੁਰਾਂਗੇ। ਇਸਲਾਮ ਦੇਸ਼ ਦੀ, ਇਸਲਾਮ ਦੇਸ਼ ਵਿੱਚ ਤੁਹਾਨੂੰ ਪਤਾ ਹੈ, 1 2 3 3 ਵਿਆਹ ਵੀ ਉਹ ਕਰਾ ਲੈਂਦੇ ਆ। ਇੱਕ ਫਕੀਰ ਆਇਆ ਜੀ ਦਰਵਾਜ਼ੇ ਅੱਗੇ, ਉਹਨੇ ਮੰਗਿਆ ਤੇ ਉਹ ਜਿਹੜਾ ਬੰਦਾ ਸੀ ਨਾ ਮੁਖੀ ਘਰ ਦਾ, ਉਹ ਆਪਣੀ ਘਰ ਵਾਲੀ ਨਾਲ ਕਮਰੇ 'ਚ ਬੈਠਾ ਸੀ। ਜਦੋਂ ਉਹਨੇ ਦਰਵਾਜ਼ਾ ਖੜਕਾਇਆ, ਉਹ ਬਾਹਰ ਆਇਆ। ਉਹਨੇ ਵੇਖਿਆ ਚੰਗਾ ਭਲਾ ਹੈ। ਕਹਿਣ ਲੱਗਾ ਚੰਗਾ ਭਲਾ ਹੈ, ਹੱਥ ਪੈਰ ਟੁੱਟੇ ਹੈ, ਕੰਮ ਨਹੀਂ ਕਰਦੇ, ਜਾ ਆਪ ਜਾ ਕੇ ਕਮਾ ਕੇ ਖਾ। ਜਦੋਂ ਉਹਨੇ ਇਸ ਤਰ੍ਹਾਂ ਬੋਲਿਆ, ਬੜਾ ਹੀ ਹੋਰ ਬੜੇ ਬੋਲ ਬੋਲੇ, ਉਹ ਚਲੇ ਗਿਆ। ਗੱਜ ਕੇ ਆਖੋ ਵਾਹਿਗੁਰੂ। ਗੱਲ ਹੁਣ ਧਿਆਨ ਨਾਲ ਸੁਣਿਆ। ਥੋੜਾ ਸਮਾਂ ਹੋਇਆ, ਪੈ ਗਿਆ, ਕਿਸੇ ਹੋਰ ਦਾ ਦਰਵਾਜ਼ਾ ਖੜਕਿਆ। ਫਕੀਰ ਆਇਆ ਸੀ ਬਾਹਰ ਮੰਗਣ ਵਾਲਾ। ਉਹਨੇ ਆਪਣੀ ਪਤਨੀ ਨੂੰ ਭੇਜਿਆ, ਜਾ ਵੇਖ ਕੀ ਹੈ। ਉਹ ਬਾਹਰ ਗਈ। ਉਹਨੇ ਜਦੋਂ ਵੇਖਿਆ, ਉਹਨੇ ਚੀਕ ਮਾਰੀ। ਉਹਦਾ ਘਰ ਵਾਲਾ ਛੇਤੀ ਨਾਲ ਬਾਹਰ ਆਇਆ, ਵੀ ਕੀ ਗੱਲ ਤੂੰ ਚੀਕ ਮਾਰੀ ਹੈ। ਬਸ ਉਹ ਅੰਦਰ ਆ ਗਈ। ਕਹਿਣ ਲੱਗੀ, ਆ ਜਿਹੜਾ ਬੰਦਾ ਗਿਆ ਨਾ, ਜਿਹਦੀ ਥਾਲੀ 'ਚ ਮੈਂ ਦਾਣੇ ਪਾ ਕੇ ਆਈ ਹਾਂ, ਜਦੋਂ ਮੈਂ ਉਹਦਾ ਚਿਹਰਾ ਵੇਖਿਆ, ਮੇਰੀ ਚੀਕ ਨਿਕਲੀ। ਉਹ ਕਹਿੰਦਾ ਕਿਉਂ? ਕਹਿੰਦੀ ਉਹਦਾ ਕਾਰਨ ਇਹ ਹੈ, ਇਹ ਪਹਿਲਾਂ ਮੇਰਾ ਪਤੀ ਸੀਗਾ। ਕਹਿੰਦਾ ਮੇਰਾ ਪਤੀ ਸੀ। ਸਾਡੇ ਘਰ ਕੋਈ ਫਕੀਰ ਆਇਆ ਸੀਗਾ, ਮੈਂ ਤੇ ਬਾਹਰ ਨਹੀਂ ਗਈ, ਇਹ ਬਾਹਰ ਗਿਆ ਸੀ। ਇਹਨੇ ਉਹਨੂੰ ਕਿਹਾ ਸੀ, ਤੇਰੇ ਹੱਥ ਪੈਰ ਟੁੱਟੇ ਆ, ਤੂੰ ਮੰਗਤਾ ਬਣ ਕੇ ਮੰਗਦਾ ਫਿਰਦਾ, ਜਾਂ ਤੈਨੂੰ ਕੁਝ ਨਹੀਂ ਦੇਣਾ। ਕਹਿਣ ਲੱਗੀ, ਉਹਦੇ ਤੋਂ ਬਾਅਦ ਸਾਡੇ ਘਰ 'ਚ ਇੰਨੀ ਗਰੀਬੀ ਆਈ, ਇੰਨੀ ਗਰੀਬੀ ਆਈ, ਇਹ ਸਾਨੂੰ ਵੀ ਖਵਾ ਨਹੀਂ ਸੀ ਸਕਦਾ, ਮੈਂ ਤਲਾਕ ਦੇਤਾ। ਉਹਦਾ ਘਰ ਵਾਲਾ ਪੁੱਛਦਾ ਵੀ ਕਿੰਨੀ ਤਰੀਕ ਨੂੰ ਮੰਗਤਾ ਆਇਆ ਸੀ। ਉਹਨੇ ਤਰੀਕ ਦੱਸੀ, ਸਭ ਕੁਝ ਦੱਸਿਆ ਵੀ ਮੇਰੇ ਖਿਆਲ ਨਾਲ ਆਹ ਕੋ ਤਰੀਕ ਸੀ, ਉਦੋਂ ਆਹ ਮਹੀਨਾ ਸੀ। ਉਹ ਕਹਿਣ ਲੱਗਾ, ਗੱਲ ਹੋਰ ਸੁਣਦਾ, ਉਹ ਮੰਗਤਾ ਕੋਈ ਹੋਰ ਨਹੀਂ, ਉਹ ਮੈਂ ਹੀ ਸਾਂ। ਕਹਿਣ ਲੱਗਾ, ਉਹ ਮੈਂ ਹੀ ਸਾਂ, ਉਹ ਕੋਈ ਹੋਰ ਨਹੀਂ ਸੀ। ਕਹਿਣ ਲੱਗਾ, ਉਸ ਦਿਨ ਤੋਂ ਬਾਅਦ ਮੈਂ ਅੱਲਾਹ ਤਾਲਾ ਅੱਗੇ ਆਖਿਆ ਵੀ ਇਹਨੇ ਮੈਨੂੰ ਇਹ ਮਿਹਣਾ ਮਾਰਿਆ, ਮੇਰੇ ਤੇ ਮਿਹਰ ਕਰ, ਮੈਨੂੰ ਕੰਮ ਮਿਲ ਗਿਆ, ਮੈਂ ਕੰਮ ਸ਼ੁਰੂ ਕਰਤਾ, ਮਾਇਆ ਆ ਗਈ, ਘਰ ਬਾਰ ਸਾਰਾ ਕੁਝ ਆ ਗਿਆ, ਉਹ ਹੁਣ ਗਰੀਬ ਹੋ ਗਿਆ। ਉਹਦੀ ਪਤਨੀ ਹੈਰਾਨ ਸੀਗੀ,
ਦੋਵੇਂ ਹੀ ਆ, ਪਹਿਲਾਂ ਉਹ ਮੰਗਤਾ ਸੀ, ਹੁਣ ਇਹ ਮੰਗਤਾ। ਇਸ ਕਰਕੇ ਡਰੋ, ਗੱਜ ਕੇ ਆਖੋ ਵਾਹਿਗੁਰੂ। ਕਿਸੇ ਨੂੰ ਕੁਝ ਕਹਿਣ ਤੋਂ ਪਹਿਲਾਂ ਡਰੋ। ਬੜਾ ਬੁਰਾ ਹਾਲ ਹੋਇਆ ਜੀ ਉਹਨਾਂ ਦਾ। ਇੱਕ ਗੱਲ ਚੇਤਾ ਰੱਖਿਓ, ਗਰੀਬ ਦੀ ਤੇ ਰੱਬ ਹੀ ਹੈ ਜੀ, ਰੱਬ ਹੀ ਸੁਣਦਾ ਗਰੀਬ ਦੀ ਜੀ। ਹਾਂਜੀ, ਗਰੀਬ ਨੂੰ ਕੋਈ 4 ਚਪੇੜਾਂ ਮਾਰ ਦੇਗਾ, ਉਹਦੀ ਇੰਨੀ ਤਾਕਤ ਨਹੀਂ ਹੈ ਉਹ ਅਗਲਾ ਉਹਨੂੰ ਜਵਾਬ ਦੇਵੇ। ਪਰ ਗਰੀਬ ਦਾ ਜੱਜ ਉਹ ਹੈ ਜਿੱਥੇ ਅਮੀਰ ਦਾ ਜੱਜ ਨਹੀਂ ਪਹੁੰਚ ਸਕਦਾ। ਗਰੀਬ ਦਾ ਜੱਜ ਗੁਰੂ ਗ੍ਰੰਥ ਸਾਹਿਬ ਹੈ। ਇਹ ਸੁਣਦੇ ਚ ਹੁਣ ਗਰੀਬ ਨੂੰ ਧੱਕਾ ਕਰ ਦੇਣਾ ਮਾੜਾ, ਗਰੀਬ ਨੂੰ ਨਾ ਮਾੜਾ ਬੋਲੋ ਤੇ ਜਿਹੜਾ ਹੈ ਹੀ ਰੱਬ ਹੈ ਉਹਨੂੰ ਮਾੜਾ ਬੋਲ ਕੇ ਬੰਦਾ ਕਿੱਥੇ ਜਾਏਗਾ। ਸੋ ਇੱਧਰ ਪਤਾ ਲੱਗ ਗਿਆ ਸਾਰਾ ਵੀ ਉਹਨਾਂ ਦੁਸ਼ਟਾਂ ਨੂੰ ਦੰਡ ਮਿਲਿਆ। ਹਾਂਜੀ, ਦੁਸ਼ਟਨ ਕੋ ਪ੍ਰਭ ਦੰਡ ਦਿਵਾਇਓ। ਪਰਮੇਸ਼ਰ ਨੇ ਉਹਨਾਂ ਦੁਸ਼ਟਾਂ ਨੂੰ ਦੰਡ ਦਿੱਤਾ ਹੈ। ਹਾਂਜੀ, ਸ਼੍ਰੀ ਗੁਰੂ ਰਾਮਦਾਸ ਪ੍ਰਭ ਸੁਆਮੀ। ਧੰਨ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਗਰੀਬ ਨਵਾਜ। ਕਿਰਪਾ ਸਿੰਧ ਸਭ ਅੰਤਰ ਜਾਮੀ। ਅੰਤਰਜਾਮੀ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਰਾਮਦਾਸ ਜੀ। ਹਾਂਜੀ, ਤਾਹੇ ਸਮੇਂ ਗੁਰ ਸੇਵ ਮਝਾਰਾ। ਕਿਰਪਾ ਦੇ ਸਾਗਰ। ਜਦੋਂ ਇਹ ਪ੍ਰਸੰਗ ਵਰਤਿਆ ਨਾ ਭਾਈ ਗੋਂਦੇ ਦੇ ਪੁੱਤਰਾਂ ਵਾਲਾ, ਗੁਰੂ ਰਾਮਦਾਸ ਜੀ ਉਦੋਂ ਸੇਵਕ ਰੂਪ ਵਿੱਚ ਸਨ ਜੀ। ਹਾਂਜੀ, ਤਤ ਪਰ ਰਹਿਤ ਹੁਤੇ ਦਰਬਾਰਾ। ਸਦਾ ਗੁਰੂ ਘਰ ਦੇ ਵਿੱਚ ਹੀ ਰਹਿੰਦੇ ਸਨ, ਸੇਵਾ ਚ ਤਤਪਰ ਰਹਿੰਦੇ ਸਨ। ਹਾਂਜੀ, ਗੌੜੀ ਰਾਗ ਵਾਰ ਕੇ ਅੰਤਰ। ਤੇ ਗੌੜੀ ਕੀ ਵਾਰ ਦੇ ਵਿੱਚ। ਹਾਂਜੀ, ਇਸ ਪਰਥਾਏ ਸ਼ਲੋਕ ਸੁਤੰਤਰ। ਮਹਾਰਾਜ ਨੇ ਇਹਦਾ ਸ਼ਲੋਕ ਲਿਖਿਆ ਜੀ, ਗੱਜ ਕੇ ਆਖੋ ਵਾਹਿਗੁਰੂ। ਉਹ ਜਿਵੇਂ ਲਿਖਿਆ ਨਾ ਤਪੇ ਦਾ, ਤਪਾ ਨਾ ਹੋਵੇ ਅੰਦਰੋਂ ਲੋਭੀ, ਨਿਤ ਮਾਇਆ ਨੂੰ ਫਿਰੈ ਜਜਮਾਲਿਆ। ਮਹਾਰਾਜ ਨੇ ਇਹ ਇੱਕ ਹੋਰ ਸ਼ਲੋਕ ਲਿਖਿਆ ਜੀ। ਹਾਂਜੀ, ਉਚਰਤ ਭਲੇ ਭਲੋ ਚਿਤ ਲਾਏ। ਕਹਿਣ ਲੱਗੇ ਮੈਂ ਉਹ ਉਚਾਰਨ ਵਾਹਿਗੁਰੂ ਤੁਹਾਨੂੰ ਲਿਖ ਕੇ ਦੱਸ ਦੇਣਾ ਕਿਹੜਾ ਸ਼ਲੋਕ ਮਹਾਰਾਜ ਨੇ ਉਸ ਸਮੇਂ ਉਚਾਰਿਆ। ਹਾਂਜੀ, ਜੋ ਗੁਰ ਕੀ ਮਹਿਮਾ ਪ੍ਰਗਟਾਏ। ਇਹਦੇ ਵਿੱਚ ਗੁਰੂ ਦੀ ਮਹਿਮਾ ਪ੍ਰਗਟ ਹੁੰਦੀ ਹੈ। ਮਹਿਮਾ। ਹਾਂਜੀ, ਸੁਨੋ ਸਿੱਖ ਚਿਤ ਕਰ ਸਾਵਧਾਨ। ਸੋ ਸੰਗਤ ਜੀ ਸਾਵਧਾਨ ਹੋ ਕੇ ਗੁਰੂ ਰਾਮਦਾਸ ਜੀ ਦੀ ਬਾਣੀ ਦਾ ਉਹ ਸ਼ਲੋਕ ਸਰਵਣ ਕਰੋ। ਸ਼੍ਰੀ ਸਤਿਗੁਰੂ ਜੋ ਕੀਨ ਬਖਾਨ। ਜਿਹੜਾ ਗੁਰੂ ਰਾਮਦਾਸ ਜੀ ਨੇ ਸ਼ਲੋਕ ਲਿਖਿਆ ਹੈ ਬਾਣੀ ਵਿੱਚ, ਗੱਜ ਕੇ ਆਖੋ ਵਾਹਿਗੁਰੂ। ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਬਾਣੀ 'ਚ ਜੋ ਲਿਖਿਆ ਜੀ। ਹਾਂਜੀ, ਸ਼ਲੋਕ ਮਹੱਲਾ ਚੌਥਾ। ਮਲ ਜੂਈ ਭਰਿਆ ਨੀਲਾ ਕਾਲਾ। ਖਥੋਲੜਾ ਤਿਨ ਵੇ ਮੁਖੈ ਨੋ ਪਾਇਆ। ਗੱਜ ਕੇ ਆਖੋ ਵਾਹਿਗੁਰੂ। ਗੁਰੂ ਰਾਮਦਾਸ ਜੀ ਨੇ ਇਹ ਸ਼ਲੋਕ ਲਿਖਿਆ। ਸ਼ਲੋਕ ਮਹੱਲਾ ਚੌਥਾ। ਮਲ ਜੂਈ ਭਰਿਆ ਨੀਲਾ ਕਾਲਾ ਖਿਦੋਲੜਾ। ਤਿਨ ਵੇਮੁਖੈ ਨੋ ਪਾਇਆ। ਪਾਸ ਨਾ ਦੇਈ ਕੋਈ ਬਹਿਣ ਜਗਤ ਮਹਿ। ਬੂਹ ਪੜ ਮਗਵੀ ਮਲ ਲਾਏ ਮਨਮੁਖ ਆਇਆ। ਗੱਜ ਕੇ ਆਖੋ ਵਾਹਿਗੁਰੂ। ਬੂਹ ਪੜ ਸਗਵੀ ਮਲ ਲਾਏ ਮਨਮੁਖ ਆਇਆ। ਇਹ ਸੱਚੇ ਪਾਤਸ਼ਾਹ ਨੇ ਸ਼ਲੋਕ ਲਿਖਿਆ ਜੀ। ਹੁਣ ਇਹਦਾ ਭਾਵ ਸੁਣ ਲਓ। ਕਹਿੰਦੇ ਆ ਉਹ ਬੇਮੁਖ ਮਰਵਾਹਾ ਸ਼ਰਧਾਹੀਣ ਹੋ ਗਿਆ। ਗੋਂਦੇ ਦਾ ਪੁੱਤ ਸ਼ਰਧਾਹੀਣ ਹੋ ਗਿਆ ਤੇ ਜਦੋਂ ਗੁਰੂ ਸਾਹਿਬ ਦੀ ਨਿੰਦਾ ਕੀਤੀ ਨਾ ਜਾ ਕੇ, ਤੇ ਉਥੋਂ ਦੇ ਫਿਰ ਬੰਦਿਆਂ ਨੇ ਗੰਦਗੀ ਦੇ ਨਾਲ ਭਰਿਆ, ਜੂਆਂ ਨਾਲ ਭਰੀ ਹੋਈ ਨੀਲੀ ਤੇ ਕਾਲੇ ਰੰਗ ਦੀ ਖੱਫਣੀ ਜਿਹੜੀ ਸੀ ਨਾ, ਉਹਦੇ ਗਲ ਵਿੱਚ ਪਾ ਦਿੱਤੀ ਸੀਗੀ। ਗੱਜ ਕੇ ਆਖੋ ਵਾਹਿਗੁਰੂ। ਹੁਣ ਕਵੀ ਸੰਤੋਖ ਸਿੰਘ ਜੀ ਨੇ ਤੇ ਨਹੀਂ ਲਿਖਿਆ, ਪਰ ਗੁਰੂ ਰਾਮਦਾਸ ਜੀ ਨੇ ਲਿਖ ਦਿੱਤਾ ਜੀ। ਗੱਜ ਕੇ ਆਖੋ ਵਾਹਿਗੁਰੂ। ਗੰਦਗੀ ਨਾਲ ਭਰਿਆ ਹੋਇਆ ਇੱਕ ਚੋਲਾ, ਵਾਹਿਗੁਰੂ ਚੋਲਾ ਤੇ ਪਵਿੱਤਰ ਸ਼ਬਦ ਹੈ ਜੀ। ਖੱਫਣੀ ਉਹਦੇ ਉੱਤੇ ਪਾ ਦਿੱਤੀ, ਗੰਦਗੀ ਨਾਲ ਭਰੀ ਹੋਈ। ਸਾਰਾ ਸਰੀਰ ਉਹਦਾ ਗੰਦਗੀ ਨਾਲ ਭਰ ਗਿਆ ਤੇ ਮਾਰਦੇ ਸਨ ਵੀ ਤੂੰ ਗੁਰੂ ਦੀ ਨਿੰਦਿਆ ਕਰਦਾ। ਤੇ ਜਗਤ ਵਿੱਚ ਉਹਨੂੰ ਕਿਸੇ ਨੇ ਆਪਣੇ ਲਾਗੇ ਨਹੀਂ ਸੀ ਬਹਿਣ ਦਿੱਤਾ।
ਜਦੋਂ ਉਹ ਦਿੱਲੀ ਤੋਂ ਤੁਰਿਆ ਕੋਈ ਬਹਿਣ ਨਹੀਂ ਸੀ ਦਿੰਦਾ, ਉਹਦਾ ਇੰਨਾ ਮਾੜਾ ਹਾਲ ਹੋ ਗਿਆ ਸੀਗਾ। ਇਹ ਹੋਇਆ ਕੀ ਜੀ, ਗੰਦਗੀ ਦੇ ਵਿੱਚ ਰਸਤੇ ਵਿੱਚ ਡਿੱਗ ਪਿਆ ਜੀ। ਉਹ ਅੱਗੇ ਹੀ ਗੁਰੂ ਰਾਮਦਾਸ ਜੀ ਕਹਿੰਦੇ ਬੜਾ ਲਿਬੜਿਆ ਤਿਬੜਿਆ ਸੀ, ਫਿਰ ਗੰਦਗੀ ਦੇ ਵਿੱਚ ਡਿੱਗਾ ਜੀ। ਤੇ ਜਦੋਂ ਗੰਦਗੀ ਦੇ ਨਾਲ ਲਿਬੜ ਗਿਆ ਨਾ, ਉਦੋਂ ਉਹ ਬੇਮੁਖ ਹੋ ਕੇ ਵਾਪਸ ਆਇਆ ਜੀ। ਹੁਣ ਤੁਹਾਨੂੰ ਅਰਥ ਪਤਾ ਲੱਗ ਗਿਆ ਹੋਏਗਾ। ਮਲ ਜੋਈ ਭਰਿਆ ਨੀਲਾ ਕਾਲਾ ਖਿਦੋਲੜਾ, ਤਿੰਨ ਵੇਮੁਖ ਵੇਮੁਖੈ ਨੋ ਪਾਇਆ। ਵੇਮੁਖ ਹੋ ਗਿਆ ਸੀ ਨਾ, ਉਹਦੇ ਪਾਇਆ ਗਿਆ। ਪਾਸ ਨਾ ਦੇਈ ਕੋਈ ਬਹਿਣ ਜਗਤ ਮਹਿ, ਬੋਹ ਪੜ ਸਗਵੇ ਮਲ ਲਾਏ ਮਨਮੁਖ ਆਇਆ। ਮਨਮੁਖ ਸੀਗਾ, ਬੁਰੇ ਹਾਲ ਹੋਏ, ਫਿਰ ਵਾਪਸ ਗੋਇੰਦਵਾਲ ਸਾਹਿਬ ਪਹੁੰਚਿਆ। ਪਿਆਰਿਓ, ਇੱਕ ਗੱਲ ਚੇਤਾ ਰੱਖਿਓ, ਇਹ ਗੁਰੂ ਦੀ ਨਿੰਦਿਆ ਦਾ ਫਲ ਬੜਾ ਹੀ ਭੈੜਾ ਜੀ। ਅੱਜ ਕਰਦੇ ਫਿਰਦੇ ਸੋਸ਼ਲ ਮੀਡੀਆ ਤੇ, ਗੁਰੂ ਸਾਹਿਬ ਇੰਝ ਨਹੀਂ ਸੀ ਕਰ ਸਕਦੇ, ਗੁਰੂ ਸਾਹਿਬ ਇੰਝ ਨਹੀਂ ਸੀ ਕਰ ਸਕਦੇ। ਉਹਨਾਂ ਮਨਮੁਖਾਂ ਦਾ ਵੀ ਇਹੋ ਹੀ ਹਾਲ ਹੋਣਾ। ਆਖੋ ਧੰਨ ਗੁਰੂ ਰਾਮਦਾਸ ਸਾਹਿਬ ਜੀ। ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ। ਅੱਗੋਂ ਗੁਰੂ ਰਾਮਦਾਸ ਜੀ ਕੀ ਕਹਿੰਦੇ, ਉਹ ਸੁਣੋ ਜੀ। ਪਰਾਈ ਜੋ ਨਿੰਦਾ ਚੁਗਲੇ ਨੋ ਬੇਮੁਖ ਕਰ ਕੇ ਭੇਜਿਆ, ਉਥੇ ਪੀ ਮੋਹ ਕਾਲਾ ਦੁਹਾ ਬੇਮੁਖਾਂ ਦਾ ਕਰਾਇਆ। ਰੱਜ ਕੇ ਆਖੋ ਵਾਹਿਗੁਰੂ। ਕਹਿੰਦੇ ਆ ਜਿਹੜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਨਿੰਦਾ ਕੀਤੀ, ਕਹਿੰਦੇ ਉਸ ਨਿੰਦਿਆ ਨੇ ਕਲੰਕਿਤ ਕਰ ਦਿੱਤਾ ਜੀ, ਉਹਨਾਂ ਨੂੰ ਕਲੰਕਿਤ ਕਰ ਦਿੱਤਾ। ਪਿੱਛੋਂ ਖਬਰ ਫੈਲ ਗਈ ਵੀ ਉੱਥੇ ਇਹਨਾਂ ਦਾ ਬੁਰਾ ਹਾਲ ਹੋਇਆ, ਮੂੰਹ ਕਾਲਾ ਹੋਇਆ। ਗੋਇੰਦਵਾਲ ਸਾਹਿਬ ਕਹਿੰਦੇ ਸਾਨੂੰ ਪਤਾ ਲੱਗ ਗਿਆ। ਹਾਂਜੀ। ਤੜ ਸੁਣਿਆ ਸਬਦ ਜਗਤ ਵਿੱਚ, ਭਾਈ ਬੇਮੁਖ ਸਣੈ ਨਫਰੈ ਪੌਲੀ ਪੌਦੀ ਪਾਵਾ, ਹੋਏ ਕੈ ਉਠ ਘਰ ਆਇਆ। ਰੱਜ ਕੇ ਆਖੋ ਵਾਹਿਗੁਰੂ। ਗੁਰੂ ਰਾਮਦਾਸ ਸਾਹਿਬ ਜੀ ਕਹਿੰਦੇ ਖਬਰ ਫੈਲ ਗਈ, ਖਬਰ ਫੈਲ ਗਈ ਗੋਇੰਦਵਾਲ ਸਾਹਿਬ ਵਿੱਚ। ਉੱਥੇ ਉਹਨਾਂ ਦੇ ਗਲ ਵਿੱਚ ਜੁੱਤੀਆਂ ਦਾ ਹਾਰ ਪਾਇਆ ਲੋਕਾਂ ਨੇ, ਜੁੱਤੀਆਂ ਦਾ ਹਾਰ ਪਾਇਆ। ਮਹਾਰਾਜ ਕਹਿੰਦੇ ਉਹ ਬੇਮੁਖ ਜਿਹੜਾ ਫਾਵਾ ਹੋ ਕੇ ਆਫਰ ਕੇ ਉੱਠ ਕੇ ਉੱਥੋਂ ਆ ਕੇ ਕੁੱਟ ਖਾਂਦੇ ਹੋਏ ਇੱਥੇ ਪਹੁੰਚੇ, ਗੰਦਗੀ ਦੇ ਨਾਲ ਭਰੇ ਹੋਏ ਇੱਥੇ ਪਹੁੰਚੇ। ਮਾਨੋ ਇੱਥੇ ਹੀ ਜ਼ਿੰਦਗੀ ਉਹਨਾਂ ਦੀ ਨਰਕ ਬਣ ਗਈ ਸੀ। ਪੂਰਾ ਸ਼ਲੋਕ ਆਪਾਂ ਕੱਲ ਨੂੰ ਸੁਣਾਂਗੇ, ਟਾਈਮ ਹੋ ਗਿਆ। ਪਰ ਕਹਿਣ ਦਾ ਭਾਵ ਇਹ ਹੈ ਸਾਧ ਸੰਗਤ ਜੀ, ਜਿਹੜਾ ਗੁਰਾਂ ਦੀ ਨਿੰਦਿਆ ਕਰਦਾ ਬੜਾ ਮਾੜਾ ਹਾਲ ਹੁੰਦਾ ਹੈ। ਕੱਢ ਕੇ ਆਖੋ ਵਾਹਿਗੁਰੂ। ਨਿੰਦਾ ਭਲੀ ਕਿਸੇ ਕੀ ਨਾਹੀ, ਮਨਮੁਖ ਮੁਕਤ ਕਰੰਦ। ਨਿੰਦਾ ਤਾਂ ਕਿਸੇ ਦੀ ਨਹੀਂ ਚੰਗੀ, ਤੇ ਗੁਰੂ ਦੀ ਨਿੰਦਿਆ, ਤੇ ਫਿਰ ਗੁਰੂ ਦੀ ਨਿੰਦਿਆ ਦਾ ਜਿਹੜਾ ਫਲ ਮਿਲਦਾ ਹੈ ਨਾ ਜਗਤ ਵਿੱਚ, ਇਹੋ ਜਿਹੇ ਬੰਦੇ ਫਿਰ ਇੱਕ ਦਿਨ ਮੂੰਹ ਦਿਖਾਉਣ ਦੇ ਯੋਗ ਨਹੀਂ ਤੇ ਰਹਿੰਦੇ। ਪ੍ਰੇਮ ਨਾਲ ਕਹੋ ਧੰਨ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ। ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ। ਹੁਣ ਜਿਹੜੇ ਤੇ ਗੁਰੂ ਦੀਆਂ ਕਰਦੇ ਸਿਫਤਾਂ, ਜਿਹੜੇ ਤੇ ਮਹਾਰਾਜ ਜੀ ਦਾ ਕਰਦੇ ਜਸ, ਉਹਨਾਂ ਨੂੰ ਤੇ ਬ੍ਰਹਮ ਗਿਆਨ ਦੀ ਦਾਤ ਮਿਲ ਰਹੀ ਹੈ, ਤੇ ਜਿਹੜੇ ਨਿੰਦਿਆ ਕਰ ਰਹੇ ਆ ਉਹਨਾਂ ਨੂੰ ਗੰਦਗੀ ਮਿਲ ਰਹੀ ਹੈ। ਤੇ ਮਹਾਰਾਜ ਸੱਚੇ ਪਾਤਸ਼ਾਹ ਨੇ ਗੁਰੂ ਦੀ ਤੇ ਨਹੀਂ, ਇੱਕ ਸੰਤ ਦੀ ਨਿੰਦਿਆ ਦਾ ਜੋ ਹਾਲ ਹੁੰਦਾ, ਸੰਤ ਦੀ ਨਿੰਦਿਆ ਕਰਨ ਵਾਲੇ ਦਾ, ਉਹਦਾ ਜ਼ਿਕਰ ਬਾਣੀ 'ਚ ਕੀਤਾ। ਮਹਾਰਾਜ ਕਹਿੰਦੇ ਜਿਹੜਾ ਰੱਬ ਦੇ ਪਿਆਰੇ ਦੀ ਨਿੰਦਿਆ ਕਰਦਾ ਨਾ, ਉਹਦੀ ਉਮਰ ਘਟ ਜਾਂਦੀ ਸੀ। ਔਰ ਮੈਂ ਦੇਖਿਆ ਇੱਕ ਬੜਾ ਸੱਚਾ ਸੁੱਚਾ ਗੁਰਮੁਖ, ਉਹਦੀ ਇੱਕ ਬੰਦੇ ਨੇ ਖੂਬ ਨਿੰਦਿਆ ਕੀਤੀ, ਤੇ ਪਿਆਰਿਓ ਚੰਗਾ ਭਲਾ ਸੀਗਾ, ਪਤਾ ਹੀ ਨਹੀਂ ਲੱਗਾ ਕਿਹੜੇ ਵੇਲੇ ਉਹਦਾ ਚਾਲਾ ਵੱਜ ਗਿਆ ਤੇ ਕਿਹੜੇ ਵੇਲੇ ਸਾਰਾ ਕੁਝ ਹੋ ਗਿਆ ਜੀ ਉਹਦਾ। ਹੁਣ ਪੰਗਤੀ ਸੁਣ ਲਓ। ਸੰਤ ਕੈ ਦੁਖਨ ਆਰਜਾ ਘਟੈ। ਮਹਾਰਾਜ ਕਹਿੰਦੇ ਉਮਰ ਘਟ ਜਾਂਦੀ ਚ, ਜਿਹੜਾ ਸੰਤਾਂ ਦੀ ਨਿੰਦਿਆ ਕਰਦਾ ਨਾ ਉਹਦੀ ਉਮਰ ਹੀ ਘਟ ਜਾਂਦੀ ਹੈ। ਸੰਤ ਕੈ ਦੁਖਨ ਜਮ ਤੇ ਨਹੀਂ ਛੁਟੈ। ਔਰ ਮਹਾਰਾਜ ਇਹ ਵੀ ਲਿਖਦੇ, ਸੰਤ ਕੈ ਦੁਖਨ ਨਰਕ ਮਹਿ ਪਾਏ। ਨਰਕਾਂ ਵਿੱਚ ਨਹੀਂ ਥਾਂ ਮਿਲਦੀ, ਨਰਕਾਂ 'ਚ ਹੀ ਜਾਂਦੇ। ਵਾਹਿਗੁਰੂ ਗੱਜ ਕੇ ਆਖੋ ਵਾਹਿਗੁਰੂ। ਨਰਕ ਮਹਿ ਪਾਏ, ਨਰਕਾਂ 'ਚ।
ਪੈਂਦੇ ਜੀਓ। ਸੋ ਸਾਧ ਸੰਗਤ ਜੀ, ਸੱਚੇ ਪਾਤਸ਼ਾਹ ਕਿਰਪਾ ਕਰਨ, ਬਖਸ਼ਿਸ਼ ਕਰਨ। ਗੁਰੂ ਦਾ ਪ੍ਰਤਾਪ ਵੱਡਾ ਹੈ। ਆਓ ਮਹਾਰਾਜ ਜੀ ਦੀ ਸਿਫਤ ਵਿੱਚ ਪੰਕਤੀ ਪੜ੍ਹ ਲਓ, ਫਿਰ ਖਿਮਾ ਮੰਗੀਏ। ਧੰਨ ਧੰਨ ਸਤਿਗੁਰੂ ਹਮਾਰਾ, ਧੰਨ ਧੰਨ ਸਤਿਗੁਰੂ ਹਮਾਰਾ। ਜਪੋ ਧੰਨ ਧੰਨ ਸਤਿਗੁਰੂ ਹਮਾਰਾ, ਧੰਨ ਧੰਨ ਸਤਿਗੁਰੂ ਹਮਾਰਾ। ਜਪੋ ਹਮਾਰਾ, ਧੰਨ ਧੰਨ ਹਮਾਰਾ। ਸੱਚੇ ਪਾਤਸ਼ਾਹ ਕਿਰਪਾ ਕਰਨ। ਸ਼ਲੋਕ ਅਜੇ ਪਿਆ ਹੈ, ਕੱਲ ਨੂੰ ਉਹਦੀ ਵਿਆਖਿਆ ਸਰਵਣ ਕਰਾਂਗੇ। ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਿਸ਼ ਕਰਨੀ। ਗੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਗੁਰੂ ਜੀ ਕੀ ਫਤਿਹ। ਹੁਣ 5 ਮਿੰਟ ਲਾਉਣੇ ਜੀ।